प्रोग्राम की शुरुआत करते हैं। भट्टी साहब, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। अगली गल भट्टी साहब, मनजिंदर सिंह सिरसा नूं कहंदे आ कि गुरमुखी लिखनी नहीं आई। कहदा तौर पर इन्होंने कहा गया भी तुसीं गुरु साहब का जिहड़ा ना अंग 1358 दिता पढ़ने वास्ते, तो ये पढ़ नहीं सके। उन्हें लिखता अजोक। फिर ये अपने घरों कोई 46-47 लफ्ज़ लिख के लिया सी। मैं आ वेखो लिख बड़ा सोहना लिख सकदा वां। ਉਹਦੇ ਵਿੱਚੋਂ 27 शब्द वैसे ही गलत सी। मनजिंदर सिंह सिरसा ने अपने आका नाल गल कीती जी मैनू तो हराता, मैं तो कमेटी चों बाहर हो गया हुण। उन्होंने कहा तू चिंता ना कर। गुरमुखी का इलम जिहड़ा आ वो नहीं हैगा, ना लिखनी ना पढ़नी आउंदी आ, ਤਾਂ ਇੱਕ ਆਪਣੇ ਆਪ ਦੇ ਵਿੱਚ ਅਕਾਲੀ ਘੁਆਰ ਹੈ। ਅੱਜ ਅਸੀਂ ਕਿੱਥੇ ਖੜੇ ਹਾਂ? ਇਕਬਾਲ ਸਿੰਘ ਨੂੰ ਕੋਈ ਅਧਿਕਾਰ ਨਹੀਂ ਸੀ ਉਹਦੇ ਵਿੱਚ। ਬਿਲਕੁਲ ਕੋਰਟ ਦੇ ਵਿੱਚ ਆਉਣ। ਹੁਣ ਉਹਨੇ ਕੋਰਟ ਜਾ ਕੇ ਕਿਤੇ ਲੰਘਣਾ ਕੀਤੀ, ਸਿਧਾਂਤ ਦੀ ਲੰਘਣਾ ਕੀਤੀ ਆ, ਮਰਿਆਦਾ ਦੀ ਲੰਘਣਾ ਕੀਤੀ ਆ। ਬਲਵੰਤ ਸਿੰਘ ਰਾਜੋਆਣਾ ਦੇ ਭੈਣ ਜਿਹੜੀ ਆ ਉਹ SGPC ਪ੍ਰਧਾਨ ਨਾਲ ਮੁਲਾਕਾਤ ਕੀਤੀ ਆ ਕਿ ਸਜ਼ਾ ਜਿਹੜੀ ਆ ਉਹ ਮਾਫ ਕਰਨੀ ਆ, ਉਹਨਾਂ ਨੂੰ ਛੱਡਣਾ ਆ ਜਾਂ ਉਹਨਾਂ ਨੂੰ ਫਾਂਸੀ ਦੇਣੀ ਆ ਜਾਂ ਕੀ ਕਰਨਾ। ਤੇ 2012 ਦੇ ਵਿੱਚ ਇੱਕ ਵਾਰੀ ਇਹਨਾਂ ਨੂੰ ਫਾਂਸੀ ਦੇਣ ਦੀ ਗੱਲ ਚੱਲੀ ਸੀ ਤੇ ਪੂਰਾ ਪੰਜਾਬ ਬੰਦ ਹੋ ਗਿਆ ਸੀਗਾ। ਹੁਣ ਰਾਜੋਆਣੇ ਦਾ ਕਿਹੜਾ ਕੇਸ ਉਹ SGPC ਨੇ ਕੀਤਾ। ਉਹ ਭੈਣ ਨਾਲ ਜਾ ਕੇ ਮਿਲੀ ਹੈ ਕੱਲ੍ਹ ਬੀਬੀ ਜਗੀਰ ਕੌਰ ਨੇ। ਬੀਬੀ ਜਗੀਰ ਕੌਰ ਨੇ ਕਿਹਾ ਸੀ ਜ਼ਰੂਰ ਆਪਣੀ ਜੋ ਸਾਡੀ ਸਮਰੱਥਾ ਹੈਗੀ ਹੈ, ਜੋ ਕਾਨੂੰਨ ਦਾ ਦਿੰਦਾ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ। ਗੱਲਬਾਤ ਕਰਾਂਗੇ ਖਬਰਾਂ ਦੇ ਉੱਤੇ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ। ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਜੋਤੀ ਜੋਤ ਦਿਹਾੜਾ ਆ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਇਆ ਜਾਂਦਾ ਆ। ਇੱਧਰ ਅਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਲੇ ਮਹੀਨੇ ਦੇ ਵਿੱਚ ਉਹ ਦਿਹਾੜਾ ਜਿਹੜਾ ਉਹ ਮਨਾਉਣਾ ਆ। ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਆ ਉਹ ਪਹੁੰਚੇ ਹੋਏ ਨੇ ਇਸ ਵੇਲੇ ਪਾਕਿਸਤਾਨ, ਅਤੇ ਕੱਲ੍ਹ ਉੱਥੋਂ ਨਗਰ ਕੀਰਤਨ ਵੀ ਇੱਕ ਜਿਹੜਾ ਆ ਉਹ ਨਿਕਲਿਆ ਸੀਗਾ, ਜਿਹੜਾ ਕੱਲ੍ਹ ਕਰਤਾਰਪੁਰ ਵਾਲੇ ਪਾਸਿਓਂ ਜਿਹੜਾ ਆ ਕੇ ਅਤੇ ਪਾਕਿਸਤਾਨ ਦੀ ਜਿੱਥੋਂ ਤੱਕ ਹੱਦ ਆ ਉੱਥੋਂ ਵਾਪਸ ਮੁੜ ਗਿਆ। ਇਹ ਵੀ ਇਤਰਾਜ਼ ਆ ਸੰਗਤ ਦੇ ਵਿੱਚ ਕਿ ਇੱਧਰਲੇ ਪਾਸਿਓਂ ਲਾਈਟਾਂ ਤੱਕ ਵੀ ਫੌਜ ਵੱਲੋਂ ਨਹੀਂ ਜਗਾਈਆਂ ਗਈਆਂ। ਸੰਗਤਾਂ ਉੱਥੇ ਖੜੀਆਂ ਸੀਗੀਆਂ, ਉਹਨਾਂ ਨੂੰ ਵੀ ਅਗਾਂਹ ਜਿਹੜਾ ਹੈ ਉਹ ਨਹੀਂ ਹੋਣ ਦਿੱਤਾ ਗਿਆ। ਦੂਜੀ ਗੱਲ, ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਉੱਥੇ ਜੋਤੀ ਜੋਤ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਜਿਹੜਾ ਨਾਨਕਸ਼ਾਹੀ ਕੈਲੰਡਰ ਇਹਨਾਂ ਨੇ ਬਣਾਇਆ ਉਹਦੇ ਮੁਤਾਬਕ ਮਨਾਉਂਦੀ ਆ। ਸੋ ਇਹ ਦਿਹਾੜਿਆਂ ਨੂੰ ਲੈ ਕੇ ਹਮੇਸ਼ਾ ਦੁਚਿੱਤੀ ਜਿਹੜੀ ਆ ਉਹ ਸੰਗਤ ਦੇ ਵਿੱਚ ਬਣੀ ਰਹਿੰਦੀ ਆ ਕਿ ਇਹ ਇੱਧਰ ਕਦੋਂ ਆ ਦਿਹਾੜਾ, ਉੱਧਰ ਕਦੋਂ ਆ। ਕਈ ਵਾਰ ਜਥਾ ਵੀ ਜਾਣਾ ਹੋਵੇ ਅਤੇ ਉਹਦੇ ਵਿੱਚ ਵੀ ਬੜੀ ਕਨਫਿਊਜ਼ਨ ਪੈ ਜਾਂਦੀ ਹੈ। ਪਿਛਲੇ ਸਾਲ ਵੀ ਐਵੇਂ ਹੀ ਹੋਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ। ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਇਹ ਚਾਹੀਦਾ ਕਿ ਇੱਕ ਸਾਰ ਇੱਕੋ ਜਿਹਾ ਹੋਵੇ, ਸਾਰੇ ਦੁਨੀਆ ਦੇ ਵਿੱਚ ਇੱਕੋ ਦਿਨ ਇਹ ਚੀਜ਼ ਜਿਹੜੀ ਆ ਉਹ ਮਨਾਈ ਜਾਣੀ ਚਾਹੀਦੀ, ਚਾਹੇ ਕੋਈ ਦਿਹਾੜਾ ਹੋਵੇ ਚਾਹੇ ਜੋਤੀ ਜੋਤ ਦਿਹਾੜਾ। ਜਿੱਥੋਂ ਤੱਕ ਗਿੱਲ ਸਾਹਿਬ ਤੁਸੀਂ ਕੈਲੰਡਰ ਦੀ ਗੱਲ ਕੀਤੀ ਹੈ, ਦਿਹਾੜੇ ਦੀ ਗੱਲ ਕੀਤੀ ਹੈ ਜੀ, ਨਾਨਕਸ਼ਾਹੀ ਕੈਲੰਡਰ ਸਾਡਾ ਇੱਕ ਬੜਾ ਤਗੜਾ ਦਸਤਾਵੇਜ਼ ਤਿਆਰ ਕੀਤਾ ਗਿਆ ਸਿੱਖ ਪੰਥ ਦਾ ਜੀ। ਵੀ ਐਵੇਂ ਤਿਆਰ ਨਹੀਂ ਕੀਤਾ ਗਿਆ ਸੀ। ਉਦੋਂ ਭਾਈ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਸੀ ਅਤੇ ਉਹਨਾਂ ਕੋਲ ਜਦੋਂ ਪੁਰੇਵਾਲ ਸਾਹਿਬ ਆਏ ਸੀ ਅਤੇ ਉਹਨਾਂ ਬਕਾਇਆ ਤੌਰ 'ਤੇ ਕਮੇਟੀ ਬਣਾਈ ਸੀ। ਬੜਾ ਸੋਚ ਸਮਝ ਕੇ ਫੂਕ ਕੇ ਪੈਰ ਰੱਖ ਕੇ ਆਪਾਂ ਕੈਲੰਡਰ ਤਿਆਰ ਕਰਨਾ, ਉੱਦਾਂ ਨਹੀਂ ਕਰਨਾ ਜੀ। ਹੋਇਆ ਕਿ ਭਾਈ ਰਣਜੀਤ ਸਿੰਘ ਤਾਂ ਚਲੋ ਚਲੇ ਗਏ। ਉਸ ਤੋਂ ਬਾਅਦ ਆਏ ਗਿਆਨੀ ਪੂਰਨ ਸਿੰਘ, ਉਹ ਕੈਲੰਡਰ ਦੇ ਬਿਲਕੁਲ ਖਿਲਾਫ ਸਨ ਜੀ, ਲੇਕਿਨ ਉਹ ਮਸਾ 1 ਸਾਲ ਹੀ ਪੂਰਾ ਕਰ ਸਕੇ, ਵਿਵਾਦਾਂ 'ਚ ਹੀ ਰਹੇ ਉਹ। ਉਸ ਤੋਂ ਬਾਅਦ ਆਏ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ। ਵਿਦਾਂਤੀ ਸਾਹਿਬ ਨੇ ਬਕਾਇਦਾ ਤੌਰ 'ਤੇ 21 ਮੈਂਬਰੀ ਕਮੇਟੀ ਬਣਾਈ ਅਤੇ ਉਹਦੇ ਵਿੱਚ ਸਾਰੇ ਬੁੱਧੀਜੀਵੀ ਵਰਗ ਦੇ ਲੋਕ, ਵਿਦਵਾਨ ਲੋਕ, ਉਹ ਸਾਰੇ ਸ਼ਾਮਲ ਕੀਤੇ ਸੀਗੇ ਜੀ। ਅਤੇ ਪਾਲ ਸਿੰਘ ਪੁਰੇਵਾਲ ਜਿਹੜੇ ਐਕਸਪਰਟ ਨੇ ਕੈਲੰਡਰ ਬਣਾਉਣ ਦੇ, ਉਹ ਬਕਾਇਦਾ ਤੌਰ 'ਤੇ ਬੜੀ ਬਿਰਧ ਅਵਸਥਾ ਦੇ ਵਿੱਚ ਹੀ ਉੱਥੋਂ ਕੈਨੇਡਾ ਤੋਂ ਆਉਂਦੇ ਹੁੰਦੇ ਸੀਗੇ ਜੀ, ਮੀਟਿੰਗ ਅਟੈਂਡ ਕਰਦੇ ਸੀ ਜੀ। ਉਹਨਾਂ ਨੇ ਕੈਲੰਡਰ ਤਿਆਰ ਦੇ ਕਰਤੇ ਤਾਂ ਉਹਨਾਂ ਕਿਹਾ ਜੀ ਆਮ ਤੌਰ 'ਤੇ ਲਿਊਨਰ ਕੈਲੰਡਰ, ਲਿਊਨਰ ਦਾ ਮਤਲਬ ਉਹਨਾਂ ਦੀਆਂ ਡੇਟਾਂ ਅੱਗੇ ਪਿੱਛੇ ਹੁੰਦੀਆਂ ਰਹਿਣੀਆਂ। ਤੁਹਾਨੂੰ ਮੈਂ ਸੋਲਰ ਕੈਲੰਡਰ ਦਿੰਦਾ ਜੀ, ਜਿਹੜਾ ਫਿਕਸ ਰਹੂਗਾ, ਡੇਟ ਫਿਕਸ ਕਰਦੀ ਉਦੋਂ ਹੀ ਆਊਗੀ ਜਦੋਂ ਹੈਗੀ ਆ, ਕੋਈ ਅੱਗੇ ਪਿੱਛੇ ਨਹੀਂ ਆਊਗੀ। ਚਲੋ ਖੈਰ 2003 ਦੇ ਵਿੱਚ ਬਕਾਇਦਾ ਤੌਰ 'ਤੇ ਲੰਮੀ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਸੀ ਇਹ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ, ਸਿੱਖਾਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ ਗਿਆ ਜੀ। 16 ਮਾਰਚ 2003 ਨੂੰ ਪਹਿਲਾਂ ਅਕਾਲ ਤਖਤ ਤੋਂ ਹੋਲੇ ਮਹੱਲੇ ਵਾਲੇ ਦਿਨ ਜਿਹੜਾ ਸੀ ਰਿਲੀਜ਼ ਕੀਤਾ ਗਿਆ ਜੀ।
ਮੁੜ ਕੇ ਇਹ 14 ਅਪ੍ਰੈਲ 2003 ਨੂੰ ਜਿਹੜਾ ਸੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬਕਾਇਦਾ ਤੌਰ ਤੇ 5 ਜਥੇਦਾਰਾਂ ਸਿੰਘ ਸਾਹਿਬਾਨਾਂ ਬਕਾਇਦਾ ਤੌਰ ਤੇ ਪੰਥਕ ਜਥੇਬੰਦੀਆਂ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਬਕਾਇਦਾ ਤੌਰ ਤੇ ਬੁੱਢਾ ਦਲ ਦੇ ਪ੍ਰਧਾਨ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਸੀ ਉਹ ਕੀਤਾ ਸੀ। ਕੈਲੰਡਰ ਨੂੰ ਗਿੱਲ ਸਾਹਿਬ ਸਰਬਸੰਮਤੀ ਪ੍ਰਵਾਨ ਕਰ ਲਿਆ ਗਿਆ ਜੀ। ਪ੍ਰਵਾਨ ਕਰਨ ਤੋਂ ਬਾਅਦ 7 ਸਾਲ ਇਹ ਕੈਲੰਡਰ ਬਕਾਇਦਾ ਤੌਰ ਤੇ ਲਿਆ, ਦੇਸ਼ਾਂ ਵਿਦੇਸ਼ਾਂ 'ਚ ਪ੍ਰਵਾਨ ਹੋ ਗਿਆ, ਸਭ ਨੇ ਪ੍ਰਵਾਨ ਕਰ ਲਿਆ। ਲੇਕਿਨ ਸਾਡੇ ਜਿਹੜੇ ਮਹਾਂਪੁਰਸ਼ ਹੈਗੇ ਨੇ ਕੁਝ ਸੰਪਰਦਾਵਾਂ ਵਾਲੇ, ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ। ਉਹਨਾਂ ਨੇ ਕਹਿਤਾ ਜੀ ਨਹੀਂ ਜੀ ਸਾਨੂੰ ਤਾਂ ਕੈਲੰਡਰ ਵਿਕਰਮ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦੇ ਠੱਪੇ ਲੱਗਦੇ ਨੇ ਪਹਿਲਾਂ ਹੀ ਵੀ ਉਹ ਆਰਐਸ ਦੇ ਨੁਮਾਇੰਦੇ ਨੇ, ਉਹਨਾਂ ਦੀ ਨੁਮਾਇੰਦਗੀ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਤੇ ਮਨਜ਼ੂਰ ਹੋਣਾ ਹੀ ਨਹੀਂ ਸੀਗਾ ਜੀ। ਹੁਣ ਇਹਨਾਂ ਨੇ ਕੀ ਕੀਤਾ ਵੀ 2008 ਦੇ ਵਿੱਚ ਗਿਆਨੀ ਗੁਰਬਚਨ ਸਿੰਘ ਹੋਰੀਆਂ ਦੇ ਜਥੇਦਾਰ ਬਣਦੇ ਨੇ ਜੀ। 9 ਦੇ ਵਿੱਚ ਇੱਕ ਕਮੇਟੀ ਬਣਦੀ ਹੈ 2 ਮੈਂਬਰੀ, ਇੱਕ ਬਾਬਾ ਹਰਨਾਮ ਸਿੰਘ ਧੁੰਮਾ ਦਮਦਮੀ ਟਿਕ ਸਾਹਿਬ ਵਾਲੇ ਤੇ ਇੱਕ ਬਣਦੀ ਹੈ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਜੀ, ਜਿਨ੍ਹਾਂ ਨੂੰ ਨਾ ਭੂਗੋਲ ਬਾਰੇ ਜਾਣਕਾਰੀ ਆ, ਨਾ ਖਗੋਲ ਬਾਰੇ ਜਾਣਕਾਰੀ ਆ, ਨਾ ਤਾਰਾ ਵਿਗਿਆਨ ਬਾਰੇ ਜਾਣਕਾਰੀ ਆ, ਨਾ ਇਤਿਹਾਸ ਬਾਰੇ ਜਾਣਕਾਰੀ ਆ, ਤੇ ਨਾ ਹੀ ਉਹਨਾਂ ਨੂੰ ਜਿਹੜੀ ਸਾਡੀ ਆਪਣੀ ਹੈਗੀ ਆ ਇਹਦੀ ਕੈਲੰਡਰ ਬਾਰੇ ਜਾਣਕਾਰੀ ਆ ਜੀ। ਤੇ ਉਹਨਾਂ ਦੀ 2 ਮੈਂਬਰੀ ਕਮੇਟੀ ਬਣ ਗਈ ਤੇ ਉਹਨਾਂ ਨੇ 5-6 ਮਹੀਨੇ ਜਿਹੜਾ ਸੀ ਰੱਖ ਛੱਡਿਆ, 5-6 ਮਹੀਨੇ ਵਿੱਚ ਕੈਲੰਡਰ ਛਾਪ ਕੇ ਦੇ ਦਿੱਤਾ ਜੀ ਇਹ ਕੈਲੰਡਰ ਸਾਡਾ ਹੋਊਗਾ। ਉਹ ਕੈਲੰਡਰ ਸਾਰਾ ਬਿਕਵੀਂ ਕੈਲੰਡਰ ਪਹਿਲਾ ਕੈਲੰਡਰ ਸੀ। ਉਹ ਕੈਲੰਡਰ ਦੇ ਮੁਤਾਬਕ ਉਹ ਰਿਲੀਜ਼ ਕਰਤਾ ਗਿਆਨੀ ਗੁਰਬਚਨ ਸਿੰਘ ਨੇ ਜੀ। ਜਿਹੜਾ ਕੈਲੰਡਰ ਬਕਾਇਦਾ ਤੌਰ ਤੇ ਤਖਤਾਂ ਦੇ ਜਥੇਦਾਰਾਂ ਨੇ, ਸੰਪਰਦਾਵਾਂ ਨੇ, ਅਕਾਲੀ ਦਲ ਦੇ ਪ੍ਰਧਾਨ ਨੇ ਸਾਂਝੇ ਰੂਪ ਚ ਰਿਲੀਜ਼ ਕੀਤਾ ਸੀ, ਉਹਨੂੰ ਦਰਕਨਾਰ ਕਰਕੇ ਜੀ, ਜਿਹਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ, ਸ਼੍ਰੋਮਣੀ ਕਮੇਟੀ ਜਨਰਲ ਹਾਊਸ ਨੇ ਪ੍ਰਵਾਨ ਕੀਤਾ ਹੋਵੇ, ਉਹਨੂੰ ਇੱਕ ਜਥੇਦਾਰ ਇਕੱਲਾ ਜਿਹੜਾ ਉਹ ਰੱਦ ਨਹੀਂ ਕਰ ਸਕਦਾ ਜੀ। ਇਹਨਾਂ ਨੇ ਰੱਦ ਕਰਕੇ ਤੇ ਉਹਦੀ ਜਗ੍ਹਾ ਤੇ ਸੋਧਿਆ ਕੈਲੰਡਰ ਬਣਾਤਾ 2010 ਦੇ ਵਿੱਚ ਜੀ। 2010 ਤੋਂ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਤੇ ਇਹ ਸਾਰੇ ਜਿਹੜੇ ਸੀ ਉਹ ਸੋਧੇ ਕੈਲੰਡਰ ਮੁਤਾਬਕ ਦਿਹਾੜੇ ਮਨਾਉਂਦੇ ਰਹੇ, ਲੇਕਿਨ ਬਹੁਤ ਸਾਰੇ ਲੋਕਾਂ ਨੇ ਇਹਨੂੰ ਪ੍ਰਵਾਨਗੀ ਨਹੀਂ ਦਿੱਤੀ। ਖਾਸ ਕਰਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੇ ਮਾਨਤਾ ਦਿੱਤੀ। ਉਹ ਕਹਿੰਦੇ ਅਸੀਂ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਿਹੜਾ ਵਾ ਉਹ ਮਨਾਵਾਂਗੇ ਅਸੀਂ ਜੀ। ਮੂਲ ਨਾਨਕਸ਼ਾਹੀ ਕੈਲੰਡਰ ਦਾ ਤੇ ਸੋਧੇ ਕੈਲੰਡਰ ਦਾ ਝਗੜਾ ਵੀ ਇਹੀ ਰਿਹਾ ਵੀ ਜਦੋਂ ਸਾਡਾ ਸ਼ਹੀਦੀ ਪੁਰਬ ਆਉਂਦਾ ਸੀ 5ਵੇਂ ਪਾਤਸ਼ਾਹ ਦਾ ਜੀ, ਉਹਦੇ ਤੇ ਜੱਥਾ ਜਿਹੜਾ ਜਾਂਦਾ ਸੀ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਫਿਕਸ ਆ। ਫਿਕਸ ਮਤਲਬ ਵੀ ਉਹ 16 ਜੂਨ ਨੂੰ ਮਨਾਇਆ ਜਾਣਾ ਵਾ ਜੀ ਜੀ। ਲੇਕਿਨ ਇਹਨਾਂ ਦੇ ਕੈਲੰਡਰ ਮੁਤਾਬਕ ਕਦੀ ਉਹ 5 ਜੂਨ ਨੂੰ ਆ ਜਾਂਦਾ, ਕਦੀ 30 ਮਈ ਨੂੰ ਆ ਜਾਂਦਾ, ਕਦੀ 20-25 ਜੂਨ ਨੂੰ ਆ ਜਾਂਦਾ, ਇਸ ਕਰਕੇ ਜਿਹੜਾ ਉਹ ਅੱਗੇ ਪਿੱਛੇ ਚੱਲ ਜਾਂਦਾ। ਹਾਂਜੀ ਹਾਂਜੀ। ਹੁਣ ਇਹ ਐਸਜੀਪੀਸੀ ਕਹਿੰਦੀ ਵੀ ਅਸੀਂ ਜੱਥਾ ਭੇਜਣਾ ਆਪਣੇ ਹਿਸਾਬ ਨਾਲ, ਉਹ ਕਹਿੰਦੇ ਬਿਲਕੁਲ ਨਹੀਂ, ਜੱਥਾ ਆਏਗਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਆਏਗਾ, ਇਸ ਕਰਕੇ ਜਥੇ ਉਹ ਨਹੀਂ ਜਾਂਦੇ ਰਹੇ। 2018 ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਗਏ ਨੇ ਜੁਲਾਈ ਦੇ ਵਿੱਚ ਪਾਕਿਸਤਾਨ ਜੀ, ਤੇ 1 ਅਗਸਤ 2018 ਨੂੰ ਇੱਕ ਉੱਥੋਂ ਬਕਾਇਦਾ ਤੌਰ ਤੇ ਨਗਰ ਕੀਰਤਨ ਆਇਆ ਸੀਗਾ। ਉਹ ਨਗਰ ਕੀਰਤਨ ਜਦੋਂ ਲੈ ਕੇ ਆਏ ਸੀ ਉਸ ਟਾਈਮ ਤੇ ਸਿੱਖਾਂ ਦਾ, ਉੱਥੋਂ ਦੇ ਸਿੱਖਾਂ ਨੇ ਕਮਿਟਮੈਂਟ ਕੀਤੀ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤੁਸੀਂ ਚਿੰਤਾ ਨਾ ਕਰੋ, ਇਹ ਜਿਹੜਾ ਕੈਲੰਡਰ ਦਾ ਮਾਮਲਾ ਆਪਾਂ ਜਲਦੀ ਹੱਲ ਕਰ ਲਾਂਗੇ ਤੇ 2019 ਦੇ ਵਿੱਚ ਜਿਹੜਾ ਸ਼ਹੀਦੀ ਪੁਰਬ ਗੁਰੂ ਸਾਹਿਬ ਦਾ ਆਪਾਂ ਇਕੱਠੇ ਰਲ ਕੇ ਮਨਾਵਾਂਗੇ ਜੀ। ਲੇਕਿਨ ਉਹਨੂੰ ਬੂਰ ਨਹੀਂ ਪੈ ਸਕਿਆ। 19 ਦੇ ਵਿੱਚ ਚਲੇ ਜਾਓ, ਫਿਰ 20 ਦੇ ਵਿੱਚ ਮੇਰੇ ਖਿਆਲ ਜਿਹੜਾ ਸੀ ਉਹ ਜਥੇ ਨਹੀਂ ਗਏ ਕਰੋਨਾ ਕਰਕੇ, 21 ਚ ਵੀ ਨਹੀਂ ਗਏ। ਹੁਣ 22 ਤਰੀਕ ਨੂੰ ਪਾਕਿਸਤਾਨ ਦੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 22 ਸਤੰਬਰ ਨੂੰ ਜਿਹੜਾ ਉੱਥੇ ਮਨਾਇਆ ਗਿਆ ਵਾ ਜੋਤੀ ਜੋਤ ਪੁਰਬ, ਜਿਹੜਾ ਮਤਲਬ ਅੱਜ ਜੀ। ਉਹਨੂੰ ਮਨਾਉਣ ਵਾਸਤੇ ਬਕਾਇਦਾ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੱਤਰ ਲਿਖਿਆ ਅਕਾਲ ਤਖਤ ਨੂੰ ਵੀ ਤੁਸੀਂ ਸ਼ਮੂਲੀਅਤ ਕਰੋ ਜੀ। ਜਥੇਦਾਰ 1-2 ਦਿਨ ਪਹਿਲਾਂ ਇੱਕ ਆਪਣਾ 9 ਮੈਂਬਰੀ ਵਫਦ ਲੈ ਕੇ ਗਏ ਉੱਥੇ ਪਾਕਿਸਤਾਨ। ਉੱਥੇ ਉਹਨਾਂ ਪਾਕਿਸਤਾਨ ਕਮੇਟੀ ਨਾਲ ਮੁਲਾਕਾਤ ਵੀ ਕੀਤੀ, ਪਾਕਿਸਤਾਨ ਦੇ ਸਰਕਾਰੀ ਅਹੁਦੇਦਾਰ ਨਾਲ ਮੁਲਾਕਾਤ ਕੀਤੀ, ਪਾਕਿਸਤਾਨ ਦੇ ਜਿਹੜੇ ਸਾਡੇ ਔਕਾਫ ਬੋਰਡ ਦੇ ਹੈਗੇ ਸੀ ਜੀ ਅਹੁਦੇਦਾਰ ਜਾਂ ਉਹਨਾਂ ਦੀ ਕਮੇਟੀ ਸੀ ਉਹਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਉਹ ਮੁਲਾਕਾਤ ਕੀ ਕੀਤੀ ਉਹ ਵਾਪਸ ਆਉਣਗੇ ਦੱਸਣਗੇ ਜੀ। ਹੁਣ ਅੱਜ ਕੱਲ੍ਹ ਉੱਥੇ ਨਗਰ ਕੀਰਤਨ ਕੱਢਿਆ ਗਿਆ ਬਕਾਇਦਾ ਤੌਰ ਤੇ, ਜਿਹਦੀ ਅਗਵਾਈ ਜਿਹੜੀ ਆ ਉਹ ਕੀਤੀ ਆ 5 ਪਿਆਰਿਆਂ ਦੇ ਸਰਪ੍ਰਸਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਕਾਇਦਾ ਤੌਰ ਤੇ ਪਾਲਕੀ 'ਚ ਲੈ ਕੇ ਆਏ ਉਹਨੂੰ। ਇੰਡੀਆ ਵਾਲੇ ਪਾਸੇ ਤੋਂ ਸਰਹੱਦ ਤੇ ਲੈ ਕੇ ਆਏ। ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉੱਥੇ ਬਕਾਇਦਾ ਤੌਰ ਤੇ BSF ਨੇ ਬਿਲਕੁਲ ਜਿਹੜਾ ਰੁੱਖਾ ਰੋਲ ਨਿਭਾਇਆ ਜੀ।
ਸੰਗਤਾਂ ਨੂੰ ਬਿਲਕੁਲ ਅੱਗੇ ਨਹੀਂ ਜਾਣ ਦਿੱਤਾ ਗਿਆ। ਬਿਲਕੁਲ ਉੱਥੇ ਲਾਈਟ ਨਹੀਂ ਜਗਾਈ ਗਈ। ਰਾਤ ਦਾ ਸਮਾਂ ਸੀਗਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੇਟ ਕਰਦੇ ਰਹੇ ਵੀ ਸ਼ਾਇਦ ਹੁਣ ਲਾਈਟਾਂ ਜਗ ਪੈਣ, ਸੰਗਤ ਥੋੜ੍ਹੀ ਜਿਹੀ ਅੱਗੇ ਜਾ ਜਾਵੇ ਜੀ, ਲੇਕਿਨ ਉਹਨੂੰ ਨਹੀਂ ਜਾਣ ਦਿੱਤੀ ਤੇ ਫਿਰ ਉਹਨੂੰ ਅਰਦਾਸ ਕਰਕੇ ਉੱਥੋਂ ਮੁੜਨਾ ਪਿਆ ਜੀ। ਇਹ ਸਾਡੇ ਜਿਹੜੇ ਕੱਚੇ ਪ੍ਰਬੰਧਾਂ ਦੀ ਗੱਲ ਆ, ਇਹ ਸਾਨੂੰ ਪਹਿਲਾਂ ਬਕਾਇਦਾ ਤੌਰ ਤੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਨੇ, ਸੁਖਬੀਰ ਸਿੰਘ ਬਾਦਲ ਮੈਂਬਰ ਨੇ ਜੀ, ਇਹਨਾਂ ਨੂੰ ਲਿਖਤੀ ਦੇਣਾ ਚਾਹੀਦਾ ਵੀ ਸਾਡਾ ਨਗਰ ਕੀਰਤਨ ਇਹਨੂੰ ਆਗਿਆ ਦਿੱਤੀ ਜਾਵੇ। ਚਲੋ ਖੈਰ ਉਹ ਅਲੱਗ ਮੈਟਰ ਨਹੀਂ ਹੋਈ, ਕੋਈ ਗੱਲ ਨਹੀਂ। ਹੁਣ ਜਥੇਦਾਰ ਸਾਹਿਬ ਜਿਹੜੇ ਉਹ 22 ਤਰੀਕ ਨੂੰ ਮਨਾਉਣ ਚਲੇ ਗਏ, ਮਨਾ ਲਿਆ ਉਹਨਾਂ ਨੇ। ਇਹਦੇ ਵਿੱਚ ਸੰਪਰਦਾਵਾਂ ਜਿਵੇਂ ਦਮਦਮੀ ਟਕਸਾਲ ਹੋਈ, ਨਾਨਕਸਰ ਵਾਲੇ ਹੋਏ, ਇਹੋ ਜਿਹੀਆਂ ਸੰਪਰਦਾਵਾਂ ਨਾਰਾਜ਼ ਹੋਣਗੀਆਂ ਜੀ। ਉਹ ਨਾਰਾਜ਼ਗੀ ਆਪਣੀ ਅਕਾਲੀ ਦਲ ਕੋਲੇ ਕਰਨਗੀਆਂ। ਅਕਾਲੀ ਦਲ ਅੱਗੇ ਕੀ ਐਕਸ਼ਨ ਲੈਂਦਾ ਇਹ ਨਹੀਂ ਪਤਾ। ਮੈਂ ਸਵੇਰੇ ਪੁੱਛਿਆ ਸੀ ਇਹਨਾਂ ਦੇ ਪੀਏ ਨੂੰ, ਉਹ ਕਹਿੰਦਾ ਸੀ ਵੇਖੋ ਇਹ ਸਿੰਘ ਸਾਹਿਬ ਜਵਾਬ ਦੇ ਸਕਦੇ ਆ ਕੇ। ਪਹਿਲੀ ਗੱਲ ਤੇ ਮੈਂ ਸੋਚਦਾ ਵਾਂ ਇਹ ਆਪਣੇ ਨੂੰ ਜਥੇਦਾਰ ਕਹਿਣ ਲਈ ਕਿਉਂ ਗਰੇਜ ਕਰਦੇ ਆ ਜੀ। ਜਥੇਦਾਰ ਲਫ਼ਜ਼ ਬੜਾ ਵੱਡਾ ਵਾ, ਸਤਿਕਾਰ ਲਫ਼ਜ਼ ਆ। ਆਪਣੇ ਨੂੰ ਸਿੰਘ ਸਾਹਿਬ ਖਵਾ ਕੇ ਬੜੇ ਰਾਜੀ ਨੇ ਜੀ। ਹਰ ਅੰਮ੍ਰਿਤਧਾਰੀ ਸਿੰਘ ਜਿਹੜਾ ਉਹ ਸਿੰਘ ਸਾਹਿਬ ਆ ਜੀ। ਇਹ ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਜਥੇਦਾਰ ਦੀ ਸੀਮਤ ਹੈ। ਬੇਸਿਕਲੀ ਸਾਡੇ ਭਾਈ ਸ਼ਬਦ ਜਦੋਂ ਗਿਆਨੀ ਰੂਟ ਸਿੰਘ ਹੋਰੀ ਜਥੇਦਾਰ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਭਾਈ ਰੂਟ ਸਿੰਘ ਲਿਖਦੇ ਰਹੇ, ਭਾਈ ਰੂਟ ਸਿੰਘ ਜੀ। ਲੇਕਿਨ ਇਹ ਸਿੰਘ ਸਾਹਿਬ ਖਵਾਉਂਦੇ, ਚਲੋ ਵੱਖਰੀ ਗੱਲ ਆ। ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਪਸ ਆਉਣਗੇ ਉਦੋਂ ਉਹਨਾਂ ਦੀ ਕੀ ਪੁੱਛ ਪੜਤਾਲ ਹੁੰਦੀ ਹੈ, ਕੀ ਰਿਐਕਸ਼ਨ ਹੁੰਦਾ ਲੋਕਾਂ ਦਾ, ਕੀ ਸੰਪਰਦਾਵਾਂ ਦਾ ਰਿਐਕਸ਼ਨ ਹੁੰਦਾ, ਇਹ ਉਸ ਟਾਈਮ ਤੇ ਪਤਾ ਲੱਗੂਗਾ ਜੀ। ਲੇਕਿਨ ਜਿਹੜਾ ਕੈਲੰਡਰ ਇੰਨੀ ਮਿਹਨਤ ਨਾਲ ਬਣਾਇਆ ਗਿਆ ਉਹਦੇ ਲਈ ਮੈਂ ਸੋਚਦਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਸਵਾਗਤ, ਇਹਨਾਂ ਦੇ ਪਾਕਿਸਤਾਨ ਦੁਆਰਾ ਸਵਾਗਤ ਕਰਦੇ ਹਾਂ ਵੀ ਇਹਨਾਂ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਹੈ ਜੀ। ਦੂਸਰੀ ਚੀਜ਼ ਜਿਹੜੇ ਜਥੇਦਾਰ ਸਾਹਿਬ ਆ, ਆਮ ਤੌਰ ਤੇ ਤੁਸੀਂ ਵੇਖੋ ਇੱਕ ਵਾਰੀ ਗਿਆਨੀ ਗੁਰਬਚਨ ਸਿੰਘ ਨੇ ਕੋਈ ਪੁੱਛ ਲਿਆ, ਵੇਖੋ ਜੀ ਫਲਾਣੀ ਜਗ੍ਹਾ ਤੇ ਜਿਹੜਾ ਗੁਰਪੁਰਬ ਇਦੋਂ ਮਨਾਇਆ ਵਾ, ਕਿਆ ਤੁਸੀਂ ਆਹ ਡੇਟ ਦਿੱਤੀ ਆ? ਇੱਕ ਵਧੀਆ ਜਵਾਬ ਸੀਗਾ ਵੀ ਵਿਦੇਸ਼ਾਂ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਗੁਰਪੁਰਬ ਆ ਉਹ ਸੰਗਤਾਂ ਸਾਰਾ ਸਾਲ ਮਨਾਈ ਜਾਂਦੀਆਂ ਨੇ ਜੀ। ਲੇਕਿਨ ਇੱਕ ਕੈਲੰਡਰ ਨਿਰਧਾਰਤ ਕਰਤਾ, ਲੇਕਿਨ ਉਹਦੀ ਪੁੱਛ ਪੜਤਾਲ ਗਿਆਨੀ ਹਰਪ੍ਰੀਤ ਸਿੰਘ ਦੀ ਹੁੰਦੀ ਜਾਂ ਨਹੀਂ ਹੁੰਦੀ ਉਹ ਬਾਅਦ ਦੀ ਗੱਲ। ਕਿਉਂ ਬੀਬੀ ਜਗੀਰ ਕੌਰ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ 'ਚ ਜੀ। ਜੇ ਉਹ ਪ੍ਰਧਾਨ ਨੂੰ ਦੱਸ ਕੇ ਤੇ ਉਹਦਾ ਸਲਾਹ ਕਰਕੇ ਗਿਆ ਤੇ ਫਿਰ ਪੁੱਛ ਪੜਤਾਲ ਹੋਣ ਦੀ ਕੋਈ ਤੁੱਕ ਨਹੀਂ ਬਣਦੀ। ਲੇਕਿਨ ਇੱਕ ਵਾਰੀ ਤੁਹਾਨੂੰ ਪਤਾ ਹੋਏਗਾ ਜਿਹੜੇ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਜੀ, ਉਹ ਪਾਕਿਸਤਾਨ ਗਏ ਸੀ। ਉਹਨਾਂ ਦਿਨਾਂ 'ਚ ਭਾਜਪਾ ਦੇ ਪ੍ਰਧਾਨ ਹੁੰਦੇ ਸੀਗੇ ਜੀ। ਉਹਨਾਂ ਨੇ ਜਾ ਕੇ ਜਿਨਾਹ ਦੀ ਕਬਰ ਦੇ ਉੱਤੇ ਚਾਦਰ ਚੜਾਈ ਤੇ ਜਿਨਾਹ ਨੂੰ ਜਿਹੜਾ ਸੀ ਦੇਸ਼ ਭਗਤ ਦਾ ਖਿਤਾਬ ਦਿੱਤਾ ਸੀਗਾ ਜੀ। ਤੇ ਉਹਨਾਂ ਨੂੰ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਜੀ ਤੁਸੀਂ ਅਸਤੀਫਾ ਦਿਓ, ਤੇ ਉਹਨਾਂ ਵੀ ਬਾਰਡਰ ਪਾਰ ਤੋਂ ਇਸ ਵਿੱਚ ਫੜਾਤਾ ਜੀ, ਮੇਰਾ ਅਸਤੀਫਾ ਲਓ, ਲੇਕਿਨ ਜੋ ਮੈਂ ਕਹਿ ਕੇ ਠੀਕ ਕਰਕੇ ਆਇਆ। ਇਸ ਕਰਕੇ ਖਤਰਾ ਇਸ ਗੱਲ ਦਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਤੇ ਇਹੋ ਜਿਹੀ ਗੱਲ ਦਾ ਸਾਹਮਣਾ ਨਾ ਕਰਨਾ ਪਵੇ। ਤੇ ਫਿਰ ਵੀ ਹੁਣ ਆਉਣਗੇ ਤੇ ਪਤਾ ਕਰਾਂਗੇ ਕੀ ਬਣਦਾ ਕੀ ਨਹੀਂ ਬਣਦਾ ਜੀ। ਬਿਲਕੁਲ। ਸੋ ਬਿਲਕੁਲ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਉਸੇ ਹਿਸਾਬ ਦੇ ਨਾਲ ਹੀ ਚੱਲਣਾ ਚਾਹੀਦਾ। ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੀ ਮਜਬੂਰੀਆਂ ਨੇ, ਜਿਵੇਂ ਪੱਟੀ ਸਾਹਿਬ ਨੇ ਦੱਸਤਾ, ਸਮਝਣ ਵਾਲੇ ਜਿਹੜੇ ਆ ਉਹ ਗੱਲ ਸਮਝਦੇ ਨੇ ਕਿ ਕਿਉਂ ਜਿਹੜਾ ਆ ਇਹ ਮੂਲ ਨਾਨਕਸ਼ਾਹੀ ਨੂੰ ਹਟਾ ਕੇ ਤੇ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਹੀ ਜਿਹੜਾ ਆ ਉਹ ਚੱਲ ਰਿਹਾ, ਕਿਉਂਕਿ ਉਸ ਦੇ ਵਿੱਚ ਦਿਹਾੜਿਆਂ ਦਾ ਬਹੁਤ ਜ਼ਿਆਦਾ ਫਰਕ ਅੰਤਰ ਜਿਹੜਾ ਆ ਉਹ ਆ ਜਾਂਦਾ ਡੇਟਾਂ ਦੇ ਵਿੱਚ। ਅਗਲੀ ਗੱਲ ਪੱਟੀ ਸਾਹਿਬ ਮਨਜਿੰਦਰ ਸਿੰਘ ਸਿਰਸਾ ਨੂੰ ਕਹਿੰਦੇ ਆ ਕਿ ਗੁਰਮੁਖੀ ਲਿਖਣੀ ਨਹੀਂ ਆਈ। ਕਈ ਸਰੋਤੇ ਜਿਹੜੇ ਸਾਡੇ ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਵਿਦੇਸ਼ੀਆਂ ਨੂੰ ਕਿ ਕਿਉਂ ਇਹ ਪੇਪਰ ਜਿਹੜਾ ਆ ਉਹ ਹੋਇਆ ਆ, ਕਿਉਂ ਜਿਹੜਾ ਆ ਉਹ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਥੇ ਗੁਰਮੁਖੀ ਜਿਹੜੀ ਪੜ੍ਹ ਕੇ ਸੁਣਾਓ, ਲਿਖ ਕੇ ਦੱਸੋ। ਮੈਂ ਚਾਹੂੰਗਾ ਪੂਰੀ ਗੱਲ ਜਿਹੜੀ ਇੱਕ ਤਰ੍ਹਾਂ ਤੁਸੀਂ ਖੋਲ੍ਹ ਕੇ ਜਿਹੜੀ ਆ ਉਹ ਦਰਸ਼ਕਾਂ ਦੇ ਨਾਲ ਜਿਹੜੀ ਸਾਂਝੀ ਕਰ ਦਿਓ। ਐਕਚੁਅਲੀ ਦਿੱਲੀ ਕਮੇਟੀ ਦਾ ਐਕਟ ਤਿਆਰ ਹੋਇਆ ਸੀ ਗੁਰਦੁਆਰਾ ਐਕਟ 1971 ਦੇ ਵਿੱਚ ਜੀ, ਕਿ 70 'ਚ ਬੜੀ ਉੱਥੇ ਛਿੱਤਰ ਪੁੱਲ ਹੋਇਆ ਸੀ ਇਹਨਾਂ ਦਾ, ਉੱਥੇ ਦੇ ਪ੍ਰਬੰਧ ਨੂੰ ਲੈ ਕੇ, ਤੇ ਫਿਰ ਇਹਨਾਂ 1971 'ਚ ਐਕਟ ਤਿਆਰ ਕਰਤਾ ਸੀ। ਅੱਛਾ ਜੀ। 1975 'ਚ ਪਹਿਲੀ ਇਲੈਕਸ਼ਨ ਹੁੰਦੀ ਉੱਥੇ। ਅੱਛਾ ਜੀ। ਇਲੈਕਸ਼ਨ ਜਦੋਂ ਪਹਿਲੀ ਹੁੰਦੀ ਤੇ 1980 'ਚ ਦੂਸਰੀ ਇਲੈਕਸ਼ਨ ਹੁੰਦੀ ਹੈ। ਜੋ ਦੂਸਰੀ ਇਲੈਕਸ਼ਨ ਹੁੰਦੀ ਆ ਉਦੋਂ ਵੀ ਉੱਥੇ ਬੜਾ ਰੱਟਾ ਪਿਆ ਸੀ, ਬੜਾ ਛਿੱਤਰ ਪੁੱਲ ਹੋਇਆ ਸੀ ਉੱਥੇ, ਸਿਰ ਪਾਟੇ ਸੀ ਉਦੋਂ। ਉਦੋਂ ਜਥੇਦਾਰ ਸੰਤੋਖ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ ਜੀ। ਲੇਕਿਨ ਉਹਦੇ ਐਕਟ ਦੇ ਵਿੱਚ ਇੱਕ ਚੀਜ਼ ਲਿਖੀ ਗਈ ਆ ਵੀ ਜਿਹੜਾ ਬੰਦਾ ਇਹਦੇ ਵਿੱਚ ਗੁਰਮੁਖੀ ਪੜ੍ਹਨ ਜਾਣਦਾ ਹੋਵੇ, ਗੁਰਮੁਖੀ ਲਿਖਣ ਜਾਣਦਾ ਹੋਵੇ, ਸਿਰਫ ਉਹੀ ਮੈਂਬਰ ਬਣ ਸਕਦਾ ਜੀ। ਤੇ ਮਨਜਿੰਦਰ ਸਿੰਘ ਸਿਰਸਾ ਆਪਣੀ ਜਨਰਲ ਚੋਣ ਹਾਰ ਗਏ ਸੀਗੇ। ਉਹਨਾਂ ਨੂੰ ਹਰਵਿੰਦਰ ਸਿੰਘ ਸਰਨਾ ਨੇ 500 ਤੋਂ ਉੱਪਰ ਵੋਟਾਂ ਨਾਲ ਹਰਾਇਆ ਸੀਗਾ ਜੀ। ਤੇ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਆਕਾ ਨਾਲ ਗੱਲ ਕੀਤੀ, ਜੀ ਮੈਨੂੰ ਤੇ ਹਰਾਤਾ, ਮੈਂ ਤੇ ਕਮੇਟੀ 'ਚੋਂ ਬਾਹਰ ਹੋ ਗਿਆ ਹੁਣ। ਉਹਨਾਂ ਕਿਹਾ ਤੂੰ ਚਿੰਤਾ ਨਾ ਕਰ,
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਤੌਰ ਤੇ ਬੀਬੀ ਜਗੀਰ ਕੌਰ ਨੂੰ ਉਸ ਵੇਲੇ ਫੋਨ ਕੀਤਾ ਵੀ ਇੱਕ ਲੈਟਰ ਟਾਈਪ ਕਰੋ ਨੋਮੀਨੇਸ਼ਨ ਦੀ, ਵੀ ਜਿਹੜਾ ਐਸਜੀਪੀਸੀ ਖਾਤੇ 'ਚ ਇੱਕ ਮੈਂਬਰ ਉੱਥੇ ਨੋਮੀਨੇਟ ਹੋਣਾ ਉਹ ਮਨਜਿੰਦਰ ਸਿੰਘ ਸਿਰਸਾ ਹੋਵੇਗਾ। ਅੱਛਾ ਜੀ। ਉਹ ਲੈਟਰ ਚਲੀ ਗਈ ਉੱਥੇ। ਇਹਨਾਂ ਨੇ ਲੈਟਰ 'ਚ ਲਿਖਿਆ ਵੀ 23 ਤਰੀਕ ਨੂੰ ਅਸੀਂ ਮੀਟਿੰਗ ਕੀਤੀ, ਅਸੀਂ 23 ਅਗਸਤ ਨੂੰ ਮੀਟਿੰਗ ਕੀਤੀ ਆ। ਉਸ ਮੀਟਿੰਗ 'ਚ ਮਨਜਿੰਦਰ ਸਿੰਘ ਸਿਰਸਾ ਨੂੰ ਨੋਮੀਨੀ ਕੀਤਾ ਗਿਆ ਸੀ ਐਸਜੀਪੀਸੀ ਵੱਲੋਂ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ 25 ਨੂੰ ਰਿਜ਼ਲਟ ਆਉਂਦਾ ਵਾ, 23 ਨੂੰ ਨੋਮੀਨੀ ਤੁਸੀਂ ਕਿਵੇਂ ਕਰ ਦਿੱਤਾ? ਚਲੋ ਅਸੀਂ ਕਹਿੰਦਾ ਨੋਮੀਨੀ ਵੀ ਕਰਤਾ, ਕੋਈ ਗੱਲ ਨਹੀਂ ਜੀ। ਲੇਕਿਨ ਉਹਦੇ ਵਿੱਚ 2 ਮੈਂਬਰ ਬਕਾਇਦਾ ਤੌਰ ਤੇ ਉੱਥੇ ਅਦਾਲਤ 'ਚ ਜਾ ਕੇ ਜਿਹੜਾ ਐਫੀਡੇਵਿਟ ਦੇ ਆਇਆ ਵੀ ਇਹ ਏਜੰਡੇ 'ਚ ਨਹੀਂ ਸੀ, ਇਹ ਏਜੰਡਾ ਸੀ, ਇਹ ਏਜੰਡੇ ਦੇ ਵਿੱਚ ਇਹ ਮੁੱਦਾ ਮੱਦ ਨਹੀਂ ਸੀਗੀ ਮਨਜਿੰਦਰ ਸਿੰਘ ਵਾਲੀ ਜੀ। ਇਹ ਇਹਨਾਂ ਐਸਜੀਪੀਸੀ ਆਪਣੇ ਲੈਵਲ ਤੇ ਕੀਤਾ, ਗਲਤ ਕੀਤਾ ਜੋ ਕੀਤਾ। ਇਹ ਮੱਦ ਨਾ ਹੋਣ ਕਰਕੇ ਇਹ ਮੱਦ ਬਿਲਕੁਲ ਰਿਜੈਕਟ ਕੀਤੀ ਜਾਵੇ। ਇੱਕ ਤੇ ਇਹ ਗੱਲ ਬਣ ਗਈ ਜੀ। ਦੂਸਰੀ ਚੀਜ਼, ਹਰਵਿੰਦਰ ਸਿੰਘ ਸਰਨੇ ਨੇ ਇੱਕ ਆਪਣੇ ਇਤਰਾਜ਼ ਦਿੱਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ। ਵੇਖੋ ਜੀ, ਇਹਨੂੰ ਨਾ ਪੰਜਾਬੀ ਆਉਂਦੀ ਆ, ਲਿਖਣੀ ਆਉਂਦੀ, ਨਾ ਪੜ੍ਹਨੀ ਆਉਂਦੀ, ਤੇ ਇਹ ਦਾੜੀ ਵੀ ਕੱਟਦਾ ਤੇ ਸ਼ਰਾਬ ਵੀ ਪੀਂਦਾ ਤੇ ਕਈ ਇਲਜ਼ਾਮ ਨੇ। ਜਿਸ ਦਿਨ ਬਕਾਇਦਾ ਤੌਰ ਤੇ ਇਹਨਾਂ ਦੀ ਨੋਮੀਨੇਸ਼ਨ ਵਾਸਤੇ ਮੀਟਿੰਗ ਬੁਲਾਈ ਗਈ ਸੀਗੀ, ਉਸ ਦਿਨ ਜਿਹੜੀ ਨੋਮੀਨੇਸ਼ਨ ਹੋਣੀ ਸੀ, ਜਿਹੜੇ ਮੈਂਬਰ ਆ ਉਹਨਾਂ ਨੇ ਦੋ ਬੰਦੇ ਅਪੁਆਇੰਟ ਕਰਨੇ ਸੀਗੇ ਜੀ। ਦੋਵਾਂ ਦੇ ਵਿੱਚ ਇਹ ਵੀ 16 ਵੋਟਾਂ ਇੱਕ ਮੈਂਬਰ ਨੂੰ ਘੱਟੋ ਘੱਟ ਚਾਹੀਦੀਆਂ। ਪਰਮਜੀਤ ਸਿੰਘ ਸਰਨਾ ਕੋਲੇ ਆਪਣੇ ਕੋਲੇ 13 ਮੈਂਬਰ ਸੀ। 4 ਮੈਂਬਰ ਜਿਹੜੀ ਸੀ ਜੀਕੇ ਦੇ ਮੈਂਬਰ ਸੀ, ਜੀ ਜਾਗੋ ਪਾਰਟੀ, ਤੇ 1 ਆਜ਼ਾਦ ਮੈਂਬਰ ਸੀ। ਉਹਨਾਂ ਕੋਲ 18 ਵੋਟਾਂ ਸੀ, 18 ਦੀ 18 ਉਹਨਾਂ ਦੇ ਹੱਕ 'ਚ ਪੋਲ ਹੋ ਗਈ ਜੀ। ਜਿਹੜਾ ਦੂਸਰਾ ਮੈਂਬਰ ਸੀ ਉਹਨਾਂ ਦੇ ਇੱਕ 15 ਪਈਆਂ ਅਕਾਲੀ ਦਲ ਬਾਦਲ ਨੂੰ, ਇੱਕ ਨੂੰ ਜਿਹੜੀ ਸੀ 12 ਪਈਆਂ ਸੀ। ਅੱਛਾ ਜੀ। ਵੈਸੇ ਲੀਗਲੀ ਤੌਰ ਤੇ ਉਹ ਦੋਵੇਂ ਰਿਜੈਕਟ ਹੁੰਦੇ ਆ ਵੀ ਜਦੋਂ ਘੱਟੋ ਘੱਟ 16 ਹੈਗੀਆਂ ਤੇ 15 ਵਾਲੇ ਕਿਉਂ ਨੋਮੀਨੇਟ ਕੀਤਾ ਜਾਵੇ ਜੀ। ਲੇਕਿਨ ਉਹ ਕਿਸੇ ਆਬਜੈਕਸ਼ਨ ਨਹੀਂ ਕੀਤਾ ਤੇ ਉਹ 15 ਵਾਲਾ ਦੂਸਰਾ ਬੰਦਾ ਨੋਮੀਨੇਟ ਹੋ ਗਿਆ। ਮਨਜਿੰਦਰ ਸਿੰਘ ਸਿਰਸਾ ਤੇ ਇਲਜ਼ਾਮ ਲੱਗ ਗਏ ਜੀ ਵੀ ਤੁਸੀਂ ਵੇਖੋ ਗਲਤ ਕੀਤਾ ਜੀ, ਤੁਸੀਂ ਤਾਂ ਤੁਹਾਡੇ ਤੇ ਇਲਜ਼ਾਮ ਹੈ ਗਿਆ। ਉਹ ਡਾਇਰੈਕਟਰ ਜਿਹੜਾ ਚੋਣ ਕਮਿਸ਼ਨ ਸੀ, ਗੁਰਦੁਆਰਾ ਚੋਣ ਕਮਿਸ਼ਨ ਸੀ, ਉਹ ਡਾਇਰੈਕਟਰ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਐਪਲੀਕੇਸ਼ਨ ਰੱਖ ਲਈ ਤੇ ਉਹਦੀ ਚੋਣ ਰੋਕ ਦਿੱਤੀ ਵੀ ਪਹਿਲਾਂ ਤੇ ਫੈਸਲਾ ਕਰ ਲਿਆ ਜੀ। ਅੱਛਾ ਜੀ। 1-2 ਮੈਂਬਰ ਹੋਣੇ ਸੀ ਦਿੱਲੀ ਦੀਆਂ ਜਿਹੜੇ ਸਿੰਘ ਸਭਾਵਾਂ, ਉਹਨਾਂ ਦੇ ਵਿੱਚੋਂ ਜੀ ਉਹਦੇ ਵਿੱਚ ਇਹਨਾਂ 282 ਸਿੰਘ ਸਭਾਵਾਂ ਦੇ ਨਾਂ ਦਿੱਤੇ ਸੀ। 282 ਬੰਦਿਆਂ ਦੇ ਵਿੱਚੋਂ 2 ਬੰਦੇ ਚੁਣੇ ਜਾਣੇ ਸੀਗੇ। ਅੱਛਾ ਜੀ। ਉਹ ਬਕਾਇਦਾ ਤੌਰ ਘੜੇ 'ਚ ਪਾ ਦਿੱਤੀਆਂ ਜਾਂਦੀਆਂ, ਹਿਲਾ ਦਿੱਤੀਆਂ ਜਾਂਦੀਆਂ, ਪਰਚੀਆਂ ਲਾ ਕੇ 2 ਪਰਚੀਆਂ ਕਾਢੀ ਜਾਂਦੀਆਂ, ਜਿਹੜਾ ਬਣ ਗਿਆ, ਜਿਹੜਾ ਰਹਿ ਗਿਆ। ਉਹਦੇ ਵਿੱਚ ਜਿਹੜਾ ਸੀ ਉਹ ਵੀ ਇਹਨਾਂ ਨੇ ਜਾਗੋ ਪਾਰਟੀ ਵਾਲੇ ਨੇ ਆਬਜੈਕਸ਼ਨ ਕੀਤਾ ਸੀ ਵੀ ਇਹਦੇ ਵਿੱਚ ਆਹ ਜਿਹੜੀਆਂ ਸਿੰਘ ਸਭਾਵਾਂ, ਇਹ ਤੇ ਸਿੰਘ ਸਭਾਵਾਂ ਹੈ ਹੀ ਨਹੀਂ ਗੀਆਂ, ਇਹ ਜਾਲੀ ਬਣਾਈਆਂ ਵਾ ਜੀ। ਇਹ 2 ਚੀਜ਼ਾਂ ਦੇ ਉੱਤੇ ਡਾਇਰੈਕਟਰ ਜਿਹੜਾ ਚੋਣ ਕਮਿਸ਼ਨ ਸੀ ਉਹਨੇ ਅਰਜ਼ੀਆਂ ਲੈ ਕੇ ਤੇ ਉਹ ਵਾਪਸ ਚਲਾ ਗਿਆ। 2 ਘੰਟੇ ਇਹਨਾਂ ਬਾਦਲ ਦਲੀਆਂ ਨੂੰ ਬੰਦੀ ਬਣਾ ਕੇ ਰੱਖਿਆ। ਮੁੜ ਕੇ ਵੱਡੀ ਗਿਣਤੀ 'ਚ ਫੋਰਸ ਆਈ, ਪੁਲਿਸ ਆਈ, ਉਹਨੂੰ ਕੱਢ ਕੇ ਲੈ ਕੇ ਗਏ, ਲੇਕਿਨ ਇਹਨਾਂ ਨੇ ਉਹਨੇ 76 ਮਾਰੇ, ਉਹਦੀ ਕੁੱਟਮਾਰ ਕੀਤੀ। ਅੱਛਾ ਜੀ। ਬਕਾਇਦਾ ਤੌਰ ਤੇ ਇਹਨਾਂ ਖਿਲਾਫ 2 ਮੁਕੱਦਮੇ ਦਰਜ ਹੋਏ ਨੇ। ਇੱਕ ਮੁਕੱਦਮਾ ਜਿਹੜਾ ਸੀ ਬਕਾਇਦਾ ਤੌਰ ਤੇ ਇਹਨਾਂ ਦਾ ਹੋਇਆ ਆਪਣੇ ਉਹ ਜਿਹੜਾ ਪੁਲਿਸ ਵਾਲਾ ਸੀ ਅਧਿਕਾਰੀ ਦੇ ਵੱਲੋਂ। ਦੂਸਰਾ ਮੁਕੱਦਮਾ ਜਿਹੜਾ ਉਹ ਦਰਜ ਹੋਇਆ ਨੇ ਬਕਾਇਦਾ ਤੌਰ ਤੇ ਜਿਹੜਾ ਸੀ ਇਹ ਡਾਇਰੈਕਟਰ ਵੱਲੋਂ ਵੀ ਮੇਰੇ ਤੇ ਕੁੱਟਮਾਰ ਕੀਤੀ। 2 FI ਦਰਜ ਹੋ ਗਏ ਇਹਦੇ ਤੇ। ਅੱਛਾ ਜੀ। ਹੁਣ ਇਹਦੇ ਵਿੱਚ ਜਿਹੜਾ ਸੀ ਜਦੋਂ ਇਹ ਜਿਹੜੇ ਇਤਰਾਜ਼ ਸੀਗੇ, ਇਹਨਾਂ ਇਤਰਾਜ਼ਾਂ ਨੂੰ ਲੈ ਕੇ ਹਰਵਿੰਦਰ ਸਿੰਘ ਸਰਨਾ ਹਾਈ ਕੋਰਟ ਚਲੇ ਗਏ। ਅੱਛਾ ਜੀ। ਹਾਈ ਕੋਰਟ ਨੇ ਉਹਨਾਂ ਇਤਰਾਜ਼ਾਂ ਦੇ ਉੱਤੇ ਇੱਕ ਪੱਤਰ ਲਿਖਿਆ ਬਕਾਇਦਾ ਤੌਰ ਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ, ਡਾਇਰੈਕਟਰ ਨੂੰ, ਵੀ ਭਾਈ ਤੁਸੀਂ ਇਹਦੀ ਆਹ ਜਿਹੜੀ ਐਪਲੀਕੇਸ਼ਨ ਆਈ ਤੇ ਟੈਸਟ ਲੈ ਕੇ ਦਿਓ ਸਾਨੂੰ। ਉਹਨਾਂ ਬਕਾਇਦਾ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਪੱਤਰ ਕੱਢੀ, ਇੱਕ ਪੱਤਰ ਕੱਢਿਆ ਉਹਨਾਂ ਨੇ ਬਕਾਇਦਾ ਤੌਰ ਤੇ ਹਰਵਿੰਦਰ ਸਿੰਘ ਸਰਨੇ ਨੇ ਵੀ ਤੁਸੀਂ ਪਟੀਸ਼ਨ ਤੁਸੀਂ ਵੀ ਆ ਜਾਓ ਜੀ। ਬਕਾਇਦਾ ਤੌਰ ਤੇ ਵੀਡੀਓਗ੍ਰਾਫਰੀ ਕੀਤੀ ਗਈ। ਵੀਡੀਓਗ੍ਰਾਫੀ ਕਰਨ ਦੇ ਸਮੇਂ ਜਿਹੜੀ ਸੀ ਬਕਾਇਦਾ ਤੌਰ ਤੇ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਗੁਰੂ ਸਾਹਿਬ ਦਾ ਜਿਹੜਾ ਨਾ ਅੰਗ 1358 ਦਿੱਤਾ ਪੜ੍ਹਨ ਵਾਸਤੇ, ਤੇ ਇਹ ਪੜ੍ਹ ਨਹੀਂ ਸਕੇ। ਉਹਨਾਂ ਲਿਖਤਾ ਵੀ ਅਜੋਕ। ਮੁੜ ਕੇ ਇਹਨਾਂ ਕਿਹਾ ਜੀ ਤੁਸੀਂ ਪੰਜਾਬੀ ਲਿਖ ਕੇ ਦੱਸੋ, ਇਹ ਪੰਜਾਬੀ ਨਹੀਂ ਵੀ ਲਿਖ ਸਕੇ। ਅੱਛਾ ਜੀ। ਫਿਰ ਇਹ ਆਪਣੇ ਘਰੋਂ ਕੋਈ 46-47 ਲਫ਼ਜ਼ ਲਿਖ ਕੇ ਲਿਆ ਸੀ, ਮੈਂ ਆਹ ਵੇਖੋ ਬੜਾ ਸੋਹਣਾ ਲਿਖ ਸਕਦਾ ਵਾਂ। ਉਹਦੇ ਵਿੱਚੋਂ 27 ਸ਼ਬਦ ਵੈਸੇ ਹੀ ਗਲਤ ਸੀਗੇ। ਅੱਛਾ। ਇਸੇ ਕਰਕੇ ਉਹਨਾਂ ਨੇ ਹਾਈ ਕੋਰਟ ਨੂੰ ਇੱਕ ਲੈਟਰ ਭੇਜ ਦਿੱਤੀ ਵੀ ਇਹ ਬਿਲਕੁਲ ਅਯੋਗ ਨੇ, ਵਾਕਿਆ ਹੀ ਇਹਨਾਂ ਨੂੰ ਨਾ ਪੜ੍ਹਨਾ ਆਇਆ ਨਾ ਲਿਖਣਾ ਆਇਆ। ਹੁਣ ਹਾਈ ਕੋਰਟ ਨੇ ਅਗਲਾ ਫੈਸਲਾ ਸੁਣਾਉਣਾ ਆਪਣਾ ਉਹਦਾ ਜੀ। ਲੇਕਿਨ ਅੱਜ ਪਤਾ ਲੱਗਾ ਵੀ ਮਨਜਿੰਦਰ ਸਿੰਘ ਸਿਰਸਾ ਇੱਥੋਂ ਤੋਂ ਅਯੋਗ ਕਰਾ ਦਿੱਤੇ ਗਏ। ਜਿਹੜੇ ਬੰਦੇ ਨੇ ਅਯੋਗ ਕਰਾ ਦਿੱਤੇ ਕਿ ਉਹ ਗੁਰਦੁਆਰਾ ਚੋਣ ਡਾਇਰੈਕਟਰ ਆ ਜੀ, ਉਹਨੂੰ ਦਾਨਿਸ਼ ਕਹਿੰਦੇ ਆ। ਦਾਨਿਸ਼ ਕਿਉਂ ਕਹਿੰਦੇ ਆ?
ਸਾਡੇ ਇੱਥੇ ਪੀਸੀਐਸ ਪੰਜਾਬ ਤੋਂ ਹੁੰਦੇ ਪਬਲਿਕ ਸਿਵਲ ਪੰਜਾਬ ਸਿਵਲ ਸਰਵਿਸ। ਉੱਥੇ ਦਾਨਸ਼ ਜਿਹੜੇ ਕਹਿੰਦੇ ਆ ਉਹ ਹੈਗਾ ਵਾ ਦਿੱਲੀ, ਅੰਡੇਮਾਨ ਨਿਕੋਬਾਰ ਆਈਲੈਂਡ ਸਿਵਲ ਸਰਵਿਸਿਜ਼, ਤਾਂ ਦਾਨਸ਼ ਕਹਿੰਦੇ ਉਹਨੂੰ ਜੀ। ਹੁਣ ਇੱਕ ਏਡੀਸੀ ਲੈਵਲ ਦਾ ਅਧਿਕਾਰੀ ਆ, ਡੀਸੀ ਲੈਵਲ ਦਾ ਅਧਿਕਾਰੀ ਜਾਂ ਐਸਡੀਐਮ ਲੈਵਲ ਦਾ ਅਧਿਕਾਰੀ ਆ, ਉਹ ਜੱਜ ਆਪਣੇ ਵਿੱਚ ਜੀ। ਉਹਨੇ ਜੱਜ ਨੇ ਪੂਰੀ ਵੀਡੀਓਗ੍ਰਾਫੀ ਕੀਤੀ ਤੇ ਹਾਈ ਕੋਰਟ ਦੇ ਦਿੱਤੀ ਤੇ ਹਾਈ ਕੋਰਟ ਕਿਸੇ ਵੇਲੇ ਆਪਣਾ ਜਿਹੜਾ ਫੈਸਲਾ ਸੁਣ ਸਕਦੀ ਆ। ਬਿਲਕੁਲ। ਲੇਕਿਨ ਅੱਜ ਇਹ ਫਿਰ ਪਤਾ ਲੱਗਾ ਵੀ ਫਿਰ ਹਾਈ ਕੋਰਟ ਗਏ ਨੇ ਵੀ ਮੈਂ ਸਭ ਕੁਝ ਸਹੀ ਦੱਸਿਆ ਜੀ, ਮੈਨੂੰ ਇਹ ਜਾਣ ਕੇ ਜਲੀਲ ਕਰਦੇ ਨੇ, ਇਹ ਮੇਰੇ ਖਿਲਾਫ ਨੇ। ਇਸ ਕਰਕੇ ਮੈਂ ਪੱਟੀ ਸਾਹਿਬ ਇੱਥੇ ਵੀ ਸਵਾਲ ਉੱਠਦੇ ਆ ਕਿ ਜਿਹੜੇ ਸਾਡੀ ਨੁਮਾਇੰਦਗੀ ਕਰਨ ਡਏ ਆ, ਜੇਕਰ ਉਹਨਾਂ ਨੂੰ ਆਪ ਗੁਰਮੁਖੀ ਦਾ ਇਲਮ ਜਿਹੜਾ ਆ ਉਹ ਨਹੀਂ ਹੈਗਾ, ਨਾ ਲਿਖਣੀ ਨਾ ਪੜ੍ਹਨੀ ਆਉਂਦੀ ਆ, ਤਾਂ ਇੱਕ ਆਪਣੇ ਆਪ ਦੇ ਵਿੱਚ ਅਕਾਲੀ ਘੁਆਰ ਹੈ। ਅੱਜ ਅਸੀਂ ਕਿੱਥੇ ਖੜੇ ਹਾਂ? ਇਹਨਾਂ ਨੇ ਇੱਕ ਸੁੱਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਸਾਡਾ ਇੱਥੇ ਦਿੱਲੀ ਕਮੇਟੀ ਦਾ ਜੀ, ਉਹਦੇ ਕੋਲ ਇੱਕ ਸਰਟੀਫਿਕੇਟ ਲੈ ਕੇ ਦੇ ਦਿੱਤਾ, ਵੇਖੋ ਜੀ ਮੈਂ ਤੇ ਇੱਥੋਂ ਮੈਟ੍ਰਿਕ ਪੰਜਾਬੀ 'ਚ ਕੀਤੀ ਵੀ ਤੇ ਪੰਜਾਬੀ 'ਚ ਕੀਤੀ ਵੀ, ਤੇਰਾ ਜਾਲੀ ਸਰਟੀਫਿਕੇਟ ਹੈਗਾ ਫਿਰ ਤੇ। ਮਤਲਬ ਗਲਤੀਆਂ ਦੀ ਗਲਤੀਆਂ ਆਪ ਕਰਦੇ ਨੇ ਜੀ। ਉਹ ਵੀ ਜੇ ਕਈ ਤਾਂ 400 ਦਾ ਪਰਚਾ ਭਾਵ ਕਿ ਅਹੁਦਿਆਂ ਦੀ ਭੁੱਖ ਕਰਕੇ ਜਿਹੜਾ ਵਾ ਉਹ ਕਿਸੇ ਵੀ ਹੱਦ ਤੱਕ ਜਿਹੜੇ ਆ ਕਿਸੇ ਵੀ ਹੱਦ ਤੱਕ ਜਾ ਸਕਦੇ। ਇਸ ਕਰਕੇ ਹੁਣ ਸਰਸਾ ਸਾਹਿਬ ਗਏ ਨੇ ਹਾਈ ਕੋਰਟ, ਲੇਕਿਨ 99% ਜਿਹੜਾ ਉਹਨਾਂ ਦਾ ਲਗਭਗ ਜਿਹੜੇ ਵੀ ਮੈਂਬਰੀ ਜਿਹੜੀ ਆ ਉਹਨਾਂ ਨੂੰ ਮਿਲਣੀ ਮੁਸ਼ਕਲ ਆ ਜੀ। ਜੀ ਬਿਲਕੁਲ। ਬਟ ਸਰ ਅਗਲੀ ਖਬਰ ਲਈਏ, ਆਪਾਂ ਗੱਲ ਕਰ ਰਹੇ ਹਾਂ ਕੋਰਟ ਦੀ। ਇਸ ਖਬਰ ਦੇ ਵਿੱਚ ਵੀ ਕੀਤੀ ਤੇ ਅਗਲੀ ਗੱਲ ਵੀ ਕੋਰਟ ਦੀ। ਜਥੇਦਾਰ ਇਕਬਾਲ ਸਿੰਘ ਵੀ ਕੋਰਟ ਦੇ ਵਿੱਚ ਗਏ ਆ ਤੇ ਉਹਨਾਂ ਨੂੰ ਕੋਰਟ ਨੇ ਜਿਹੜਾ ਆ ਉਹ ਗ੍ਰੀਨ ਸਿਗਨਲ ਦੇ ਦਿੱਤਾ ਹੈ ਕਿ ਤੁਹਾਨੂੰ ਬਹਾਲ ਕੀਤਾ ਜਾਏਗਾ। ਤੇ ਜਿਹੜੇ ਰਣਜੀਤ ਸਿੰਘ ਗੌਰ ਨੇ ਉਹਨਾਂ ਦੀ ਜਿਹੜੀ ਜਥੇਦਾਰੀ ਆ ਉਹਦੇ ਉੱਤੇ ਸੰਕਟ ਜਿਹੜੇ ਆ ਉਹ ਮੰਡਰਾ ਰਹੇ ਆ। ਸਾਡੀ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਜਿਹੜੀ ਉਹਨਾਂ ਨਾਲ ਹੋਈ ਸੀਗੀ ਜਥੇਦਾਰ ਇਕਬਾਲ ਸਿੰਘ ਹੋਰਾਂ ਦੇ ਨਾਲ। ਤੇ ਕੀ ਵਾਕਿਆ ਹੀ ਇੱਕ ਜਥੇਦਾਰ ਜੇਕਰ ਅਹੁਦੇ ਤੋਂ ਉਤਰਦਾ ਤੇ ਉਹ ਜਿਹੜਾ ਆ ਉਹ ਧਾਰਮਿਕ ਤੌਰ ਦੇ ਉੱਤੇ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਕੋਰਟ ਦੇ ਵਿੱਚ ਕਿਉਂ ਚਲੇ ਗਏ ਆ? ਇਹਦਾ ਫੈਸਲਾ ਜਿਹੜਾ ਆ ਉਹ ਉਹਨਾਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚ ਰਹਿੰਦਿਆਂ ਹੀ ਜਿਹੜਾ ਆ ਉਹ ਕਰਨਾ ਚਾਹੀਦਾ ਸੀ, ਨਾ ਕਿ ਅਜਿਹੇ ਫੈਸਲੇ ਕੋਰਟਾਂ ਦੇ ਵਿੱਚ ਜਾ ਕੇ ਹੁੰਦੇ ਆ। ਜਿਹੜੀ ਅਕਾਲ ਤਖਤ ਦੀ ਬੁਨਿਆਦ ਰੱਖੀ ਗਈ ਸੀ ਨਾ ਜੀ, ਉਹ ਰੱਖੀ ਇਸ ਕਰਕੇ ਗਏ ਸੀ ਜੀ ਵੀ ਸਿੱਖਾਂ ਨੂੰ ਜਾ ਕੇ ਮੁਗਲਾਂ ਦੀਆਂ ਅਦਾਲਤਾਂ 'ਚ ਧੱਕੇ ਨਾ ਜੀ। ਬਿਲਕੁਲ। ਜੇ ਕੋਈ ਇਹਨਾਂ ਦੇ ਮਸਲੇ ਤੇ ਅਕਾਲ ਤਖਤ ਤੇ ਆ ਕੇ ਨਜਿੱਠ ਲੈਣ ਜੀ, ਤੇ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਅਕਾਲ ਤਖਤ ਦੇ ਉੱਤੇ ਜਦੋਂ ਸਰਦਾਰ ਸਰਜੀਤ ਸਿੰਘ ਬਰਨਾਲਾ ਪੇਸ਼ ਹੋਏ ਆ, ਉਸ ਟਾਈਮ ਦੇ ਉੱਤੇ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਸੀਗੇ। ਉਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਸਿੱਖ ਬੜੇ ਵਡਭਾਗੇ ਨੇ ਜਿਨ੍ਹਾਂ ਕੋਲੇ ਅਕਾਲ ਤਖਤ ਨਾਂ ਦੀ ਸੰਸਥਾ ਹੈਗੀ, ਆਪਣੇ ਝਗੜੇ ਉੱਥੇ ਇੱਕ ਜਗ੍ਹਾ ਬਹਿ ਕੇ ਆਪੇ ਨਿਬੇੜੇ ਨੇ। ਇਹ ਬੜੀ ਵੱਡੀ ਗੱਲ ਸੀ ਜੀ ਵੀ ਕਾਸ਼ ਸਾਡੇ ਕੋਲ ਵੀ ਹੁੰਦੀ ਹੈ, ਲੇਕਿਨ ਉਹ ਤਾਂ ਹੋ ਨਹੀਂ ਸਕਦੀ। ਹੁਣ ਸਾਡੇ ਜਿਹੜੇ ਝਗੜੇ ਧਾਰਮਿਕ ਝਗੜੇ, ਖਾਸ ਕਰਕੇ ਸਮਾਜਿਕ ਲੈ ਲਓ, ਦੂਜੇ ਲੈ ਲਓ, ਵੱਖਰੀ ਗੱਲ, ਜਿਹੜੇ ਸਾਡੇ ਧਾਰਮਿਕ ਝਗੜੇ ਉਹ ਅਕਾਲ ਤਖਤ ਤੇ ਨਿਬੇੜੇ ਜਾਂਦੇ ਆ। ਲੇਕਿਨ ਕਿਸੇ ਵੀ ਜਥੇਦਾਰ, ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਆ, ਉਹਨਾਂ ਅਸੀਂ ਸੁਪਰੀਮ ਮੰਨਦੇ ਆ। ਸੁਪਰੀਮ ਮਤਲਬ ਨਾ ਕਿਸੇ ਅਦਾਲਤ ਨੂੰ, ਨਾ ਕਿਸੇ ਅਦਾਰੇ ਨੂੰ, ਨਾ ਕਿਸੇ ਵਿਅਕਤੀ ਨੂੰ ਉਹ ਜਵਾਬਦੇਹ ਨਹੀਂ। ਅਦਾਲਤ ਦੇ ਸਾਹਮਣੇ ਵੀ ਆ ਜਾਓ, ਪਾੜ ਕੇ ਸੁੱਟ ਦੇਣਗੇ ਜਾਂ ਜਿੱਥੇ ਜੋ ਲਾ ਲਓ ਤੁਸੀਂ। ਹੁਣ ਜਥੇਦਾਰ ਅਕਾਲ ਤਖਤ ਦੇ ਉੱਤੇ ਪਹਿਲਾਂ ਤੇ 2000 ਮੈਂ ਕਿਹਾ ਸ਼ਾਇਦ 11 ਦੀ ਕਿ 12 ਦੀ ਗੱਲ, ਜਦੋਂ ਲੜਾਈ ਹੋਈ ਉੱਥੇ ਤਖਤ ਤੇ ਲੜਾਈ ਬਕਾਇਆ ਤੌਰ ਤੇ ਹੋਈ ਹੈ ਜੀ। ਉਹਦੇ ਵਿੱਚ ਦੋਵਾਂ ਤਰ੍ਹਾਂ ਦੇ ਸਿਰ ਪਾਟੇ ਦੇ, ਇਹਨਾਂ ਦਾ ਸਿਰ ਪਾਟਾ, ਇਹਨਾਂ ਦੇ ਗਲ 'ਚ ਪੱਗ ਪਈ ਹੈ ਤੇ ਪੱਗ ਪੈ ਦੇ ਉੱਤੇ ਜਿਹੜੀ ਸੀ ਲਹੂ ਵਗਦਾ, ਤੇ ਇਹ ਥਾਣੇ ਚਲੇ ਗਏ, ਜਾ ਕੇ ਮੁਨਸ਼ੀ ਟੇਬਲ ਦੇ ਸਾਹਮਣੇ ਬਹਿ ਗਏ ਨੇ ਵੀ ਮੇਰੀ ਐਫ ਆਈ ਦਰਜ ਕਰੋ। ਉਹ ਕੇਸ ਸ਼ਾਇਦ ਅਜੇ ਚੱਲਦਾ। ਹੁਣ ਦੂਸਰੀ ਚੀਜ਼, ਇਹਨਾਂ ਦਾ ਜਿਹੜਾ ਬੇਟਾ ਵਾ ਜੀ, ਉਹ ਵੀ ਬਕਾਇਦਾ ਤੌਰ ਤੇ ਸ਼ਰਾਬ ਪੀਂਦਾ ਤੇ ਬੀੜੀਆਂ ਪੀਂਦਾ ਤੇ ਸਿਗਰਟਾਂ ਪੀਂਦਾ ਫੜਿਆ ਗਿਆ। ਇਕਬਾਲ ਸਿੰਘ ਦਾ ਗੁਰਪ੍ਰਸਾਦ ਸਿੰਘ, ਉਹਦੀ ਬਈ ਫੋਟੋ ਲਈ ਹੋਈਆਂ, ਵੀਡੀਓ ਲਈ ਹੋਈਆਂ ਜੀ। ਇਹਨਾਂ ਨੇ ਹੁਣ ਕੀ ਕੀਤਾ, ਇਹਨਾਂ 2019 ਜਦੋਂ ਇਹਨਾਂ ਨੇ ਸਾਰਾ ਥੋੜ੍ਹਾ ਪਰੇਸ਼ਾਨ ਕੀਤਾ ਤੇ ਇਹਨੇ ਆਪਣਾ ਰਿਜ਼ਾਈਨ ਦੇ ਦਿੱਤਾ ਵੀ ਮੈਂ ਰਿਜ਼ਾਈਨ ਦਿੰਦਾ ਆਪਣੇ ਅਹੁਦੇ ਤੋਂ। ਉਹਨਾਂ ਨੇ ਐਕਸੈਪਟ ਕਰ ਲਿਆ। ਇਹਦੇ ਬੇਟੇ ਦਾ ਇੱਕ ਮੁੰਡਾ ਹੈਗਾ ਮਨਮੀਤ ਸਿੰਘ ਦੋਸਤ। ਅੱਛਾ ਜੀ। ਮਨਮੀਤ ਸਿੰਘ ਦਾ ਜਿਹੜਾ ਸ਼ਰਾਬ ਦਾ ਧੰਦਾ ਵਾ, 2 ਨੰਬਰ ਦਾ ਸ਼ਰਾਬ ਧੰਦਾ ਕਰਦਾ, ਉਹਦੇ ਤੇ ਵੀ ਕੇਸ ਕੁਛ ਦਰਜ ਹੋਇਆ। ਇਹਨਾਂ ਦਾ ਬੇਟਾ ਕਹਿੰਦੇ ਉਹਦਾ ਪਾਰਟਨਰ ਸੀ, ਨਹੀਂ ਕਹਿੰਦੇ ਲੋਕ, ਕਹਿੰਦੇ ਪਾਰਟਨਰ ਹੋਵੇ ਪਾਰਟਨਰ ਨਾ ਹੋਵੇ। ਉਸ ਮਨਮੀਤ ਸਿੰਘ ਨੇ ਇੱਕ ਅਦਾਲਤ 'ਚ ਕੇਸ ਕਰ ਦਿੱਤਾ ਵੀ ਗਿਆਨੀ ਜਿਹੜੇ ਇਕਬਾਲ ਸਿੰਘ ਹੋਰੀ, ਉਹ ਜਥੇਦਾਰ ਤਖਤ ਦੇ ਬੜੇ ਵਧੀਆ ਜਥੇਦਾਰ ਨੇ, ਉਹਨਾਂ ਨੂੰ ਗਲਤ ਤਰੀਕੇ ਨਾਲ ਕੱਢਿਆ ਗਿਆ। ਅੱਛਾ। ਅਦਾਲਤ ਨੇ ਕੀ ਕੀਤਾ ਵੀ ਉਹਦੀ ਐਪਲੀਕੇਸ਼ਨ ਸੁਣਵਾਈ ਕਰਦਿਆਂ ਇਹ ਜਿਹੜੀ ਸੀ ਮਨਜ਼ੂਰ ਕਰ ਲਈ। ਉਹਦੀ ਜਿੱਤੇ ਸੁਣਵਾਈ ਕਰਨ ਤੋਂ ਬਾਅਦ ਜਿਹੜੀ ਸੀ ਕਮੇਟੀ, ਉਹਨੇ ਵੀ ਉੱਥੇ ਆਪਣੇ ਵਕੀਲ ਕੀਤੇ, ਲੇਕਿਨ ਫੈਸਲਾ ਗਿਆਨੀ ਇਕਬਾਲ ਸਿੰਘ ਦੇ ਹੱਕ 'ਚ ਆ ਗਿਆ ਵੀ ਜਿਹੜੇ ਪਿਛਲੇ ਡਿਊਜ਼ ਆ ਉਹ ਵੀ ਕਮੇਟੀ ਦੇਵੇ ਤੇ 1 ਮਹੀਨੇ ਦੇ ਵਿੱਚ ਇਹਦੀ ਡਿਊਟੀ ਰਿਜ਼ਿਊਮ ਕੀਤੀ ਜਾਵੇ।
ਹੁਣ 1 ਮਹੀਨੇ ਦੇ ਅੰਦਰ ਕਹਿ ਦਿੱਤਾ। ਕਮੇਟੀ ਵਾਲੇ ਪੁੱਛਿਆ ਸੀ ਉਹਨਾਂ ਦੇ ਮੈਨੇਜਰ ਨੂੰ, ਕਹਿੰਦਾ ਜੀ ਅਸੀਂ ਪਰਕੋਟ ਜਾਵਾਂਗੇ, ਉੱਥੇ ਸਟੇ ਕਰਾਵਾਂਗੇ ਇਹਨੂੰ ਜੀ। ਉਹਨਾਂ ਕਰਾਈ ਕਿ ਨਹੀਂ ਕਰਾਈ ਇਹ ਨਹੀਂ ਪਤਾ ਹੈਗਾ। ਲੇਕਿਨ ਗਿਆਨੀ ਇਕਬਾਲ ਸਿੰਘ ਇਹ ਕਹਿੰਦਾ ਜੀ ਵੇਖੋ ਜੀ ਪੱਤਰਕਾਰ ਝੂਠ ਬੋਲਦੇ ਵੀ ਬਾਈ ਤੇ ਸਭ ਕੁਝ ਸਾਹਮਣੇ ਦੱਸਣ ਡਿਆ ਵਾ, ਮਰਿਆਦਾ ਦੀ ਲੰਘਣਾ ਤੂੰ ਕੀਤੀ ਆ, ਤੇਰੀ ਸੁਪਰੀਮੇਸੀ ਕਿੱਥੇ ਚਲੇਗੀ ਜੀ। ਭਾਈ ਰਣਜੀਤ ਸਿੰਘ ਨੂੰ ਜਦੋਂ ਗੱਦੀ ਤੋਂ ਲਾਇਆ, ਜਹਦਰ ਲਾਇਆ ਸੀਗਾ, ਬੜਾ ਕੇਸ ਸਟਰੋਂਗ ਸੀ ਉਹਦਾ ਜੀ। ਉਹਨੂੰ ਕਿਹਾ ਜੀ ਸਿੰਘ ਸਾਹਿਬ ਜੀ ਤੁਸੀਂ ਜਾਓਗੇ ਕੋਰਟ ਨਾਲ? ਬਿਲਕੁਲ ਉਹ ਸਾਡੀ ਮਰਿਆਦਾ ਦੇ ਖਿਲਾਫ, ਸਾਡੀ ਨਿਯਮਾਂ ਦੇ ਖਿਲਾਫ, ਪਰੰਪਰਾ ਦੇ ਬਿਲਕੁਲ ਨਹੀਂ ਜਾਵਾਂਗੇ ਜੀ। ਇਸ ਕਰਕੇ ਗਿਆਨੀ ਇਕਬਾਲ ਸਿੰਘ ਨੂੰ ਕੋਈ ਅਧਿਕਾਰ ਨਹੀਂ ਸੀ ਵੀ ਉਹਦੇ ਵਿੱਚ ਬਿਲਕੁਲ ਕੋਰਟ ਦੇ ਵਿੱਚ ਜਾਣ। ਹੁਣ ਉਹਨੇ ਕੋਰਟ ਜਾ ਕੇ ਇੱਕ ਤੇ ਲੰਘਣਾ ਕੀਤੀ, ਸਿਧਾਂਤ ਦੀ ਲੰਘਣਾ ਕੀਤੀ ਆ, ਮਰਿਆਦਾ ਦੀ ਲੰਘਣਾ ਕੀਤੀ ਆ ਜੀ। ਹੁਣ ਜਿਹੜੀ ਕਮੇਟੀ ਉੱਥੋਂ ਦੀ ਆ ਉਹ ਕੀ ਕਰਦੀ ਕੀ ਨਹੀਂ ਕਰਦੀ, ਲੇਕਿਨ ਉਹਨਾਂ ਨੇ ਇਹਦੀ ਗੈਰ ਹਾਜ਼ਰੀ ਤੇ ਜਦੋਂ 2019 ਚ ਗਿਆ ਵਾ, ਭਾਈ ਰਣਜੀਤ ਸਿੰਘ ਗੌਰੇ ਮਸਕੀਨ ਆਪਣੇ ਨੂੰ ਕਹਿੰਦੇ ਨੇ ਉਹ ਜੀ, ਉਹਨਾਂ ਨੂੰ ਬਕਾਇਦਾ ਤੌਰ ਤੇ ਜਥੇਦਾਰ ਲਾਤਾ ਸੀਗਾ। ਹੁਣ ਉਹ ਜਥੇਦਾਰ ਰਹਿੰਦੇ ਜਾਂ ਨਹੀਂ ਰਹਿੰਦੇ ਜੀ, ਇਹ ਡਿਪੈਂਡ ਹੁਣ ਪਟਨਾ ਸਾਹਿਬ ਕਮੇਟੀ ਤੇ ਕਰਦਾ ਜੀ। ਜਾਂਦੇ ਜਾਂਦੇ ਪੱਟੀ ਸਾਹਿਬ ਇੱਕ ਖਬਰ ਜਿਹੜੀ ਹੈ ਥੋੜੇ ਸ਼ਬਦਾਂ ਦੇ ਵਿੱਚ ਹੀ ਜਿਹੜੀ ਆ ਉਹ ਤੁਸੀਂ ਇਹਨੂੰ ਸੰਕੋਚ ਦਿਓ ਕਿਉਂਕਿ ਸਮਾਂ ਆਪਣੇ ਕੋਲ ਇੰਨਾ ਨਹੀਂ ਹੈਗਾ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਜਿਹੜੀ ਆ ਉਹ SGPC ਪ੍ਰਧਾਨ ਨਾਲ ਮੁਲਾਕਾਤ ਕੀਤੀ ਆ ਕਿ ਤੁਸੀਂ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਆ ਉਹ ਭਾਰਤ ਸਰਕਾਰ ਤੋਂ ਫੈਸਲਾ ਜਿਹੜਾ ਆ ਉਹ ਲੈ ਕੇ ਦਿਓ ਕਿ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਮਾਫ ਕਰਨੀ ਆ, ਉਹਨਾਂ ਨੂੰ ਛੱਡਣਾ ਆ ਜਾਂ ਉਹਨਾਂ ਨੂੰ ਫਾਂਸੀ ਦੇਣੀ ਆ ਜਾਂ ਕੀ ਕਰਨਾ, ਕਿਉਂਕਿ ਰਾਜੋਆਣਾ ਸਾਹਿਬ ਨੇ ਆਪ ਵੀ ਕਈ ਵਾਰ ਭੁੱਖ ਹੜਤਾਲ ਤੇ ਵੀ ਉਹ ਰਹੇ ਨੇ। ਫਿਰ ਉਹਨਾਂ ਨੂੰ ਭਰੋਸਾ ਦੇ ਕੇ ਕਿਹਾ ਜਾਂਦਾ ਕਿ ਤੁਹਾਡੀ ਗੱਲ ਕਰ ਰਹੇ ਆ, ਪਰ ਲਗਾਤਾਰ ਮਾਮਲਾ ਲਟਕਾਇਆ ਜਾ ਰਿਹਾ ਆ। ਭਾਈ ਰਾਜੋਆਣਾ ਜੀ, ਭਾਈ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਅਜਿਹਾ ਵਿਅਕਤੀ ਸੀਗਾ, ਪਹਿਲੀ ਗੱਲ ਤੇ ਇਹ ਭਾਈ ਦਿਲਾਵਰ ਸਿੰਘ ਤੇ ਭਾਈ ਰਾਜੋਆਣੇ ਨੇ ਟਾਸ ਪਾਈ ਸੀ। ਉਹ ਕਹਿੰਦਾ ਸੀ ਹਿਊਮਨ ਬੰਬ ਮੈਂ ਬਣਨਾ, ਉਹ ਕਹਿੰਦਾ ਸੀ ਮੈਂ ਬਣਨਾ, ਲੇਕਿਨ ਬਕਾਇਆ ਤੌਰ ਤੇ ਟਾਸ ਦੀ ਕਿ ਦਿਲਾਵਰ ਸਿੰਘ ਜੀ, ਦਿਲਾਵਰ ਸਿੰਘ ਹਿਊਮਨ ਬੰਬ ਬਣਿਆ ਜੀ। ਉਹਦੇ ਵਿੱਚ ਬੇਅੰਤ ਸਿੰਘ ਮੁੱਖ ਮੰਤਰੀ ਤੇ ਮਰਨਾ ਸੀ, ਨਾਲ 17 ਬੰਦੇ ਨਿਰਦੋਸ਼ ਮਰੇ ਗਏ। ਸਾਨੂੰ ਅਫਸੋਸ ਆ ਪਏ ਬੰਦੇ ਨਹੀਂ ਸੀ ਮਰਨੇ ਚਾਹੀਦੇ, ਉਹਦੇ ਤੇ ਅਫਸੋਸ ਇਹਨਾਂ ਨੇ ਪ੍ਰਗਟ ਕੀਤਾ ਸੀਗਾ ਜੀ। ਲੇਕਿਨ ਇਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕੋਈ ਵਕੀਲ ਨਹੀਂ ਕੀਤਾ ਤੇ ਇਕਬਾਲੀਆ ਬਿਆਨ ਕੀਤਾ ਸੀ ਵੀ ਹਾਂ ਅਸੀਂ ਮਾਰਿਆ ਇਹਨੂੰ, ਤੁਸੀਂ ਜੋ ਸਜ਼ਾ ਨਹੀਂ ਦੇ ਦਿਓ ਤੁਸੀਂ। ਬਿਲਕੁਲ ਉਹਦੇ 'ਚ ਇਹਨਾਂ ਨੂੰ ਮੌਤ ਦੀ ਸਜ਼ਾ ਹੋਈ ਸੀ, ਫਾਂਸੀ ਸਜ਼ਾ ਹੋਈ ਸੀ। ਲੇਕਿਨ ਉਹ ਲੜਕਦੀ ਰਹੀ ਤੇ 2012 ਦੇ ਵਿੱਚ ਇੱਕ ਵਾਰੀ ਇਹਨਾਂ ਨੂੰ ਫਾਂਸੀ ਦੇਣ ਦੀ ਗੱਲ ਚੱਲੀ ਸੀ ਤੇ ਪੂਰਾ ਪੰਜਾਬ ਬੰਦ ਹੋ ਗਿਆ ਸੀਗਾ। ਭਾਈ ਰਾਜੋਆਣੇ ਤੇ ਬਚ ਗਏ ਸੀਗੇ ਜੀ, ਲੇਕਿਨ ਇਹਨਾਂ ਦੀ ਜਗ੍ਹਾ ਤੇ ਜਸਪਾਲ ਸਿੰਘ ਚੌੜ ਦਾ ਨੌਜਵਾਨ ਮੁੰਡਾ ਸੀ, ਇਕੱਲਾ ਮਾਪਿਆਂ ਦਾ ਜੀ, ਉਹਨੂੰ ਜ਼ਰੂਰ ਪੁਲਿਸ ਦੀ ਗੋਲੀ ਨਾਲ ਡੈਥ ਹੋ ਗਈ ਸੀ ਜੀ। ਹੁਣ ਰਾਜੋਆਣੇ ਦਾ ਕਿਹੜਾ ਕੇਸ ਉਹ SGPC ਨੇ ਕੀਤਾ ਵਾ ਵੀ ਇਹਦੇ ਕੇਸ ਦਾ ਫੈਸਲਾ ਕੀਤਾ ਜਾਵੇ ਇਮੀਡੀਏਟਲੀ। ਇਹਦੀ ਜਿਹੜੀ ਕੈਦ ਹੈ ਇਹਦੀ ਉਮਰ ਜਿਹੜੀ ਇਹਦੀ ਫਾਂਸੀ ਉਮਰ ਕੈਦ ਤਬਦੀਲ ਕੀਤੀ ਜਾਵੇ ਜੀ, ਪਰ ਉਹ ਤੋਂ ਵੀ ਜ਼ਿਆਦਾ ਸਜ਼ਾ ਪਹਿਲਾਂ ਹੀ ਭੁਗਤ ਚੁੱਕੇ ਨੇ। ਹੁਣ ਉਸੇ ਚੀਜ਼ ਨੂੰ ਲੈ ਕੇ ਇਹਨਾਂ ਦੀ ਭੈਣ ਕਮਲ ਦੀ ਜਿਹੜੀ ਮੂੰਹ ਬੋਲੀ ਭੈਣਾਂ ਦੀ ਬਣੀ ਆ, ਕਾਫੀ ਮਿਹਨਤ ਕੀਤੀ ਕੁੜੀ ਦੇ। ਉਹਨੇ ਆ ਕੇ ਬੀਬੀ ਜਗੀਰ ਕੌਰ ਨਾਲ ਆ ਕੇ ਰਾਬਤਾ ਕਾਇਮ ਕੀਤਾ, ਬੀਬੀ ਜੀ ਤੁਸੀਂ ਕੇਸ ਕੀਤਾ ਵਾ, SGPC ਨੇ ਕੀਤਾ ਤੇ SGPC ਕੇਸ ਨੂੰ ਪ੍ਰੂਵ ਕਰੇ ਜਾਂ ਇਹਦੇ ਤੇ ਐਪਲੀਕੇਸ਼ਨ ਹੋਰ ਦੇਵੇ ਬਕਾਇਆ ਤੌਰ ਤੇ ਵੀ ਵੇਖੋ ਤੇ ਇਹਦਾ ਇਸ ਕੇਸ ਦਾ ਇਮੀਡੀਏਟਲੀ ਫੈਸਲਾ ਕੀਤਾ ਜਾਵੇ। ਉਹ ਭੈਣ ਨਾਲ ਜਾ ਕੇ ਮਿਲੀ ਹੈ ਕੱਲ ਬੀਬੀ ਜਗੀਰ ਕੌਰ ਨੇ। ਬੀਬੀ ਜਗੀਰ ਕੌਰ ਨੇ ਕਿਹਾ ਅਸੀਂ ਜ਼ਰੂਰ ਆਪਣੀ ਜੋ ਸਾਡੀ ਸਮਰੱਥਾ ਹੈਗੀ ਹੈ, ਜੋ ਕਾਨੂੰਨ ਦਾ ਦਿੰਦਾ ਅਸੀਂ ਕਰਾਂਗੇ ਜੀ। ਬਿਲਕੁਲ। ਸੋ ਇਸ ਤੋਂ ਪਹਿਲਾਂ ਵੀ ਕਿਰਪਾਲ ਸਿੰਘ ਬਡੂੰਗਰ ਜਦੋਂ ਪ੍ਰਧਾਨ ਸੀਗੇ ਉਹਨਾਂ ਨੇ ਵੀ ਜਾ ਕੇ ਉਦੋਂ ਭਰੋਸਾ ਦਿੱਤਾ ਸੀਗਾ, ਪਰ ਲਗਾਤਾਰ ਗੱਲ ਜਿਹੜੀ ਉੱਥੇ ਦੀ ਉੱਥੇ ਖੜੀ ਹੈ। ਇਸ ਮਾਮਲੇ ਦਾ ਕੋਈ ਫੈਸਲਾ ਜਿਹੜਾ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਇਹ ਗੱਲ ਕਹਿ ਰਿਹਾ ਕਿ ਜੇਕਰ ਮੈਨੂੰ ਫਾਂਸੀ ਦਿੱਤੀ ਜਾਣੀ ਹੈ ਤਾਂ ਉਹ ਵੀ ਫੈਸਲਾ ਜਲਦ ਹੋਵੇ, ਜੇਕਰ ਮੈਨੂੰ ਛੱਡਿਆ ਜਾਣਾ ਤਾਂ ਉਹ ਵੀ ਫੈਸਲਾ ਜਲਦ ਹੋਵੇ। ਸੋ ਇਸ ਦਾ ਫੈਸਲਾ ਜਿਹੜਾ ਹੈ ਉਹ ਜਲਦ ਕਰਨ ਦੀ ਮੰਗ ਇੱਕ ਵਾਰ ਦੁਬਾਰਾ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਦੇਖਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਇਸ ਮਾਮਲੇ ਨੂੰ ਕਿੱਥੋਂ ਤੱਕ ਲੈ ਕੇ ਜਿਹੜਾ ਆ ਉਹ ਜਾਂਦੇ ਆ। ਸੋ ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ, ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕੀਤੀ। ਪੱਟੀ ਸਾਹਿਬ ਦਾ ਧੰਨਵਾਦ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਅੱਗੇ ਚਾਹਾਂਗੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।